ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮਿਲ USA TV। ਮੈਂ ਹਾਂ ਮੋਹਿਤ ਰੂਬਲ। ਪ੍ਰੋਗਰਾਮ ਪੰਜਾਬ ਅਬਰੋਡ ਦੇ ਵਿੱਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਦੋਸਤੋ, ਇਸ ਪ੍ਰੋਗਰਾਮ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਕਿ ਕਿਵੇਂ ਸਾਡੇ ਜਿਹੜੇ ਦੋਸਤ ਨੇ ਜਿਹੜੇ ਬਾਹਰ ਪਹੁੰਚ ਚੁੱਕੇ ਨੇ ਉਹਨਾਂ ਕੋਲ ਕਿਵੇਂ ਅਸੀਂ ਨੇ ਜਾ ਸਕਦੇ ਹਾਂ। ਸੋ ਇਸ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਇਮੀਗ੍ਰੇਸ਼ਨ ਦੇ ਮਾਹਰ ਅਰਵਿੰਦਰਪਾਲ ਸਿੰਘ ਜੀ। ਸਰ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਮੋਹਿਤ ਜੀ, ਔਰ ਪੰਜਾਬ ਮਿਲ USA ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਰਵਿੰਦਰਪਾਲ ਜੀ, ਅੱਜ ਮੈਂ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਖਾਸ ਕਰਕੇ ਇਹ ਗੱਲ ਆਖੀ ਆ ਕਿਉਂਕਿ ਹਰ ਇੱਕ ਦੇ ਦੋਸਤ ਦਾ ਨਾ ਕੋਈ ਮਿੱਤਰ ਪਿਆਰਾ ਜਾਂ ਫਿਰ ਮੈਂ ਕਹਾਂਗਾ ਰੈਲੇਟਿਵਸ ਬਾਹਰਲੇ ਮੁਲਕਾਂ 'ਚ ਬੈਠਾ ਐਂਡ ਉਹਦੇ ਅੰਦਰੋਂ ਬੜੀ ਤਾਂਘ ਹੁੰਦੀ ਹੈ ਕਿ ਯਾਰ ਮੈਂ ਵੀ ਜਾਣਾ ਹੈ ਨਾ। ਭਾਵੇਂ ਮੇਰੀ ਐਜੂਕੇਸ਼ਨ ਘੱਟ ਹੈ ਜਾਂ ਮੈਂ ਬਹੁਤ ਪੜ੍ਹਿਆ ਲਿਖਿਆ ਵਾਂ ਜਾਂ ਮੇਰਾ ਬਹੁਤ ਜ਼ਿਆਦਾ ਐਕਸਪੀਰੀਅੰਸ ਹੈ। ਸੋ ਉਹ ਜਿਹੜੇ ਦੋਸਤ ਨੇ ਉਹ ਕਿਵੇਂ ਜਾ ਸਕਦੇ ਨੇ, ਇਸ ਪ੍ਰੋਗਰਾਮ ਵਿੱਚ ਅਸੀਂ ਅੱਜ ਖੁੱਲ੍ਹ ਕੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਕੈਨੇਡਾ ਦੇ ਵਿੱਚ ਜਿਹੜਾ ਅੱਜ ਕੱਲ੍ਹ ਕੀ ਪ੍ਰੋਸੀਜਰ ਚੱਲ ਰਿਹਾ, ਕਿਵੇਂ ਜਿਹੜੇ ਲੋਕ ਨੇ ਉੱਥੇ ਜਾ ਸਕਦੇ ਨੇ। ਕੈਨੇਡਾ ਤਕਰੀਬਨ ਜਿਹੜੀਆਂ ਫੈਮਿਲੀ ਵਿਜ਼ਟਰ ਕੇਸਿਸ ਨੇ ਉਹ ਓਪਨ ਹੈ, ਔਰ ਕੈਨੇਡਾ ਦੇ ਵਿੱਚ ਜਿਹੜੇ ਦੂਸਰੇ ਸਟੂਡੈਂਟਸ ਵਾਲੇ ਓਪਨ ਹੈ, ਔਰ ਤੀਸਰੀ ਕੈਟਾਗਰੀ ਉਹਦੇ 'ਚ ਜਿਹੜੇ ਫੋਰਨ ਵਰਕਰਸ ਨੇ ਉਹ ਓਪਨ ਹੈ। ਸੋ ਇਹਦੇ 'ਚ ਕੈਨੇਡਾ 'ਚ ਤੁਹਾਨੂੰ ਥੋੜ੍ਹਾ ਬਹੁਤ ਖਿਆਲ ਰੱਖਣਾ ਪੈਣਾ, ਕੈਨੇਡਾ ਬਹੁਤ ਜ਼ਿਆਦਾ ਟੂਰਿਜ਼ਮ ਕੰਟਰੀ ਨਹੀਂ ਹੈ, ਔਰ ਦੂਸਰਾ ਲੋਕਡਾਊਨ ਦੀ ਸਿਚੁਏਸ਼ਨ ਹੈ। ਔਰ ਇਸ ਕਰਕੇ ਅਗਰ ਤੁਸੀਂ ਕੁਛ ਇੱਦਾਂ ਦੇ ਪਲਾਨਸ ਸੁਣ ਰਹੇ ਹੋ ਜਾਂ ਬਣਾ ਰਹੇ ਹੋ ਜਾਂ ਕਿਸੇ ਦੀ ਕਮਰਸ਼ੀਅਲਸ ਵੇਖ ਰਹੇ ਹੋ ਜਿਹਦੇ 'ਚ ਕਿ ਇਹ ਲਿਖਿਆ ਕਿ ਤੁਸੀਂ ਨਵਾਂ ਸਾਲ ਇੱਥੇ ਮਨਾਓ, ਕੋਈ ਕਿਸਾਨ ਵੀਕ ਇੱਥੇ ਮਨਾਓ, ਕੋਈ ਇੱਥੇ ਛੁੱਟੀਆਂ ਕੱਟਣ ਆਓ, ਸੋ ਉਹ ਤੋਂ ਤੁਹਾਨੂੰ ਪਰਹੇਜ਼ ਕਰਨਾ ਪਏਗਾ। ਸੋ ਅਗਰ ਤੁਸੀਂ ਨੋਰਮਲ ਜਿਹੜੇ ਵੀਜ਼ਾਸ ਨੇ ਕਿ ਅਗਰ ਤੁਹਾਡਾ ਪਰਿਵਾਰ ਉੱਥੇ ਆ, ਤੁਸੀਂ ਉਹਨੂੰ ਮਿਲਣ ਜਾ ਰਹੇ ਹੋ, ਸੋ ਤੁਹਾਨੂੰ ਨਵੇਂ ਸਾਲ ਦੇ ਬਹਾਨੇ ਨਹੀਂ ਚਾਹੀਦੇ। ਸੋ ਅਗਰ ਤੁਹਾਡੀਆਂ ਕਲਾਸਿਸ ਨੇ, ਸਟੂਡੈਂਟ ਹੋ, ਸੋ ਤੁਹਾਨੂੰ ਕੋਈ ਐਡੀਸ਼ਨਲ ਬਹਾਨੇ ਨਹੀਂ ਚਾਹੀਦੇ। ਸੋ ਇਸੇ ਤਰੀਕੇ ਨਾਲ ਅਗਰ ਫੋਰਨ ਵਰਕਰਸ ਆ ਕਿ ਤੁਹਾਡੀ ਕਿਤੇ ਇੰਪਲੋਇਮੈਂਟ ਦਾ ਕੋਈ ਨਾ ਕੋਈ ਮਸਲਾ ਪੈ ਰਿਹਾ ਹੈ, ਸੋ ਤੁਸੀਂ ਤਾਂ ਵੀ ਤੁਹਾਨੂੰ ਕੋਈ ਬਹਾਨੇ ਨਹੀਂ ਚਾਹੀਦੇ। ਸੋ ਬੇਸਿਕਲੀ ਇਹ ਤਿੰਨ ਕੈਟਾਗਰੀਜ਼ ਨੇ ਜਿਹੜੀਆਂ ਓਪਨ ਨੇ, ਔਰ ਕੈਨੇਡਾ ਨੇ ਸ਼ੁਰੂ ਤੋਂ ਓਪਨ ਰੱਖੀਆਂ। ਫੋਰਨ ਵਰਕਰਸ ਦੀ ਕੈਟਾਗਰੀ ਤਾਂ ਕੈਨੇਡਾ ਨੇ ਇੱਥੋਂ ਤੱਕ ਓਪਨ ਰੱਖੀ ਸੀ ਕਿ ਜਦੋਂ ਬਾਇਓਮੈਟ੍ਰਿਕਸ ਨਹੀਂ ਹੁੰਦੇ ਸੀ ਉਦੋਂ ਤੁਹਾਡੇ ਲਈ ਜਿਹੜੀਆਂ ਦੋਨੋਂ ਕੈਟਾਗਰੀਜ਼ ਆ, ਸਟੂਡੈਂਟ ਤੇ ਈਵਨ ਜਿਹੜੇ ਆ ਫੈਮਿਲੀ ਵਿਜ਼ਟਰ, ਇਹ ਦੋਨਾਂ ਦੇ ਉੱਪਰ ਲਗਭਗ ਰੋਕ ਸੀ ਕਿ ਤੁਸੀਂ ਫਿਜ਼ੀਕਲ ਟਰੈਵਲ ਨਹੀਂ ਕਰ ਸਕਦੇ ਸੀ, ਬਿਕੋਜ਼ ਤੁਸੀਂ ਵੀਜ਼ਾ ਹੀ ਸਟੈਂਪ ਨਹੀਂ ਕਰਵਾ ਸਕਦੇ ਸੀ। ਆਨਲਾਈਨ ਵੀਜ਼ਾ ਪੈਂਦਾ ਜ਼ਰੂਰ ਸੀ ਬਟ ਲੇਬਲ ਨਹੀਂ ਲੱਗਦਾ ਸੀ। ਸੋ ਫਾਈਨਲੀ ਇਹ ਇੱਦਾਂ ਦਾ ਕੰਮ ਹੋ ਗਿਆ ਕਿ ਜਦੋਂ ਫੋਰਨ ਵਰਕਰ ਨੇ ਜਾਣਾ ਆ, ਕੈਨੇਡਾ ਦੀ ਸਰਕਾਰ ਨੇ ਸਪੈਸ਼ਲ ਇੱਕ ਇੰਸਟਰਕਸ਼ਨ ਦਿੱਤੀ ਕਿ ਅਗਰ ਤੁਸੀਂ ਫੋਰਨ ਵਰਕਰ ਹੋ, ਕਿਸੇ ਕੰਪਨੀ ਦੇ ਇੱਥੇ ਲੋੜ ਆ, ਈਵਨ ਡਿਊਰਿੰਗ ਕੋਵਿਡ ਟਾਈਮ, ਸੋ ਤੁਹਾਨੂੰ ਬਾਇਓਮੈਟ੍ਰਿਕਸ ਵੀ ਕਰਾਉਣ ਦੀ ਲੋੜ ਨਹੀਂ, ਤੁਸੀਂ ਉਹ ਕੈਨੇਡਾ ਆ ਕੇ ਬਾਇਓਮੈਟ੍ਰਿਕਸ ਕਰਾ ਸਕਦੇ ਹੋ। ਪਰ ਹੁਣ VFS ਜਿਹੜੇ ਸੈਂਟਰਸ ਨੇ ਜਿੱਥੇ ਫਿੰਗਰਸ ਹੁੰਦੇ ਨੇ ਜਾਂ ਬਾਇਓਮੈਟ੍ਰਿਕ ਸਕੈਨਿੰਗ ਹੁੰਦੀ ਹੈ, ਉਹ ਲਗਭਗ ਓਪਨ ਹੋ ਗਏ ਨੇ, ਔਰ ਉਹ ਹਾਲੇ ਓਪਨ ਵਾਕ-ਇਨ ਲਈ ਓਪਨ ਨਹੀਂ ਹੋਏ ਕਿ ਜਿੱਦਾਂ ਅਸੀਂ ਪਹਿਲਾਂ ਫਾਈਲ ਲੈ ਕੇ ਜਾਂਦੇ ਸੀ ਤਾਂ ਉੱਥੇ ਜਾ ਕੇ ਜਮ੍ਹਾਂ ਕਰਾ ਕੇ ਆ ਜਾਂਦੇ ਸੀ, ਉੱਦਾਂ ਲਈ ਓਪਨ ਨਹੀਂ ਹੈਗੇ। ਪਰ ਤੁਸੀਂ ਅਪਾਇੰਟਮੈਂਟ ਲੈ ਕੇ ਜਦੋਂ ਤੁਸੀਂ ਐਪਲੀਕੇਸ਼ਨ ਪਾਉਂਦੇ ਹੋ, ਸੋ ਤੁਹਾਨੂੰ ਇਨਵੀਟੇਸ਼ਨ ਮਿਲਦੀ ਆ ਕਿ ਤੁਹਾਡਾ ਬਾਇਓਮੈਟ੍ਰਿਕ ਆ ਗਿਆ। ਸੋ ਜਿਸ ਤਰੀਕੇ ਨਾਲ ਤੁਹਾਡੀ ਅਪਾਇੰਟਮੈਂਟ ਬਣਦੀ ਸੀ, ਹੁਣ ਤੁਹਾਡੀ ਸੇਮ ਅਪਾਇੰਟਮੈਂਟ ਬਣਦੀ ਹੈ। ਸੋ ਤੁਸੀਂ ਅਪਾਇੰਟਮੈਂਟ ਲੈ ਕੇ ਫਿਰ ਤੁਸੀਂ ਜਾਣਾ ਆ, ਔਰ ਇਹ ਪ੍ਰੋਸੈਸ ਸ਼ੁਰੂ ਹੁੰਦਾ ਹੈ ਤੁਹਾਡੀ ਆਨਲਾਈਨ ਫਾਈਲ ਤੋਂ। ਕੋਵਿਡ ਤੋਂ ਪਹਿਲਾਂ ਦੋਨੋਂ ਤਰੀਕੇ ਲੱਗਦੇ ਸੀ ਕਿ ਤੁਹਾਡੀ ਆਨਲਾਈਨ ਐਂਡ ਆਫਲਾਈਨ ਦੋਨੋਂ ਫਾਈਲਾਂ ਲੱਗਦੀਆਂ ਸੀ, ਹੁਣ ਸਿਰਫ ਤੇ ਸਿਰਫ ਆਨਲਾਈਨ ਫਾਈਲ ਆ। ਸੋ ਕੈਨੇਡਾ ਦੇ ਵਿੱਚ ਤੇ ਲਗਭਗ ਮਤਲਬ ਇਹੀ ਪੋਸੀਬਿਲਿਟੀਜ਼ ਨੇ। ਸੋ ਅਗਰ ਤੁਸੀਂ ਟੂਰਿਸਟ ਜਾਂ ਸਟੂਡੈਂਟ ਜਾਣਾ ਹੋਵੇ ਤਾਂ ਪੋਸੀਬਲ ਹੋ ਸਕਦਾ ਹੈ ਜੀ। ਅਰਵਿੰਦਰਪਾਲ ਜੀ, ਗੱਲ ਕਰੀਏ ਆਸਟ੍ਰੇਲੀਆ ਦੀ ਜਾਂ ਫਿਰ ਗੱਲ ਕਰੀਏ UK ਜਾਂ ਫਿਰ ਯੂਰਪ ਜਾਂ ਫਿਰ ਅਮਰੀਕਾ ਦੀ, ਅਲੱਗ-ਅਲੱਗ ਮੁਲਕਾਂ ਦੀ, ਸੋ ਕਿਹੜਾ ਉਹ ਮੁਲਕ ਹੈ ਜਿਹੜਾ ਇਸ ਵਕਤ ਮੈਂ ਕਹਾਂ ਕਿ ਲੋਕਾਂ ਨੂੰ ਜਾਂ ਫਿਰ ਦੋਸਤਾਂ ਨੂੰ ਜਾਂ ਸਟੂਡੈਂਟਸ ਨੂੰ ਖੁੱਲ੍ਹੇ ਹੱਥ ਕਰਕੇ ਆਵਾਜ਼ਾਂ ਮਾਰਿਆ ਕਿ ਹਾਂ ਵੀ ਤੁਸੀਂ ਸਾਡੇ ਮੁਲਕ ਆ ਸਕਦੇ ਹੋ? ਇੱਕ ਦੀ ਉਮੀਦ ਘੱਟ ਸੀ, ਬਿਕੋਜ਼ ਅਸੀਂ ਸੋਚਦੇ ਸੀ ਕਿ ਫੈਬ ਦੇ ਵਿੱਚ ਜਾ ਕੇ ਆਸਟ੍ਰੇਲੀਆ ਓਪਨ ਹੋਏਗਾ, ਬਟ ਆਸਟ੍ਰੇਲੀਆ ਆਲਮੋਸਟ ਲਾਸਟ ਮੰਥ ਤੋਂ ਓਪਨ ਹੈ, ਔਰ ਆਸਟ੍ਰੇਲੀਆ ਮੀਨਸ ਇਸ ਟਾਈਮ ਵੀਜ਼ਾਸ ਡਿਨਾਈ ਨਹੀਂ ਕਰ ਰਿਹਾ। ਪ੍ਰੈਕਟੀਕਲੀ ਇਹ ਹੈ ਕਿ ਅਗਰ 10 ਵੀਜ਼ੇ ਪਾਉਣੇ ਆ, ਵਿੱਚੋਂ 10 ਦੇ 10 ਆਉਂਦੇ, ਨਹੀਂ ਤਾਂ 9 ਤੇ ਆਉਂਦੇ ਹੀ ਆ। ਸੋ ਜਿਹੜੇ ਵੀ ਇੱਛੁਕ ਸੀ ਆਸਟ੍ਰੇਲੀਆ ਜਾਣ ਦੇ, ਉਹ ਜ਼ਰੂਰ ਅਪਲਾਈ ਕਰਨ ਇਸ ਟਾਈਮ। ਪਰ ਖਿਆਲ ਰੱਖੋ ਕਿ 6 ਬੈਂਡ ਦੇ ਉੱਪਰ ਤੁਹਾਡੀ ਯੂਨੀਵਰਸਿਟੀ ਦੀ ਐਪਲੀਕੇਸ਼ਨ ਲੱਗੇਗੀ, ਔਰ 5.5 ਦੇ ਉੱਪਰ ਤੁਹਾਡੀ ਕਾਲਜ ਦੀ ਐਪਲੀਕੇਸ਼ਨ ਲੱਗੇਗੀ। ਸੋ ਇਸ ਤੋਂ ਇਲਾਵਾ ਅਗਰ ਤੁਸੀਂ ਅਲੱਗ-ਅਲੱਗ ਕੋਈ ਮਨਸੂਬੇ ਬਣਾ ਰਹੇ ਹੋ ਜੋ ਬਿਨਾਂ ਆਈਲੈਟਸ ਜਾਂ ਕੋਈ ਇਹੋ ਜਿਹੀਆਂ ਚੀਜ਼ਾਂ ਸੋਚ ਰਹੇ ਹੋ, ਤਾਂ ਹਾਲੇ ਉੱਤੇ ਬ੍ਰੇਕ ਲਾਓ। ਆਸਟ੍ਰੇਲੀਆ ਦੇ ਉੱਪਰ ਕੀ ਹੈ ਕਿ ਆਸਟ੍ਰੇਲੀਆ ਨੇ ਵੀ ਆਪਣੀ ਭਰਪਾਈ ਕਰਨੀ ਹੈ, ਬਿਕੋਜ਼ ਕਿੰਨਾ ਸਮਾਂ ਬੰਦ ਰਿਹਾ, ਔਰ ਆਸਟ੍ਰੇਲੀਆ ਬਹੁਤ ਫੂਕ ਕੇ ਕਦਮ ਰੱਖੇ ਨੇ ਆਸਟ੍ਰੇਲੀਆ ਨੇ। ਆਸਟ੍ਰੇਲੀਆ ਨੇ ਇਹ ਕਹਿਤਾ ਸੀਗਾ ਕਿ ਅਸੀਂ ਅਗਲਾ ਸਾਲ ਛੱਡ ਹੀ ਦਿੱਤਾ, ਅਸੀਂ ਅਗਲੇ ਸਾਲ ਦੇ ਸਟੂਡੈਂਟ ਵੀਜ਼ਾਸ ਨੂੰ ਭੁੱਲ ਗਏ ਹਾਂ, ਔਰ ਉਮੀਦ ਸੀ ਕਿ ਫੈਬ ਦੇ ਵਿੱਚ ਜਾ ਕੇ ਨੋਟੀਫਿਕੇਸ਼ਨ ਆਏਗੀ ਕੋਈ ਨਾ ਕੋਈ, ਬਟ ਇਹ ਨਵੰਬਰ ਦੇ ਵਿੱਚ ਔਰ ਦਸੰਬਰ ਦੇ ਵਿੱਚ ਵੀਜ਼ਾਸ ਲਗਾਤਾਰ ਆ ਰਹੇ ਨੇ। ਔਰ ਇਹਨਾਂ ਦਾ ਫਾਇਦਾ ਕੀ ਆ ਕਿ ਜਿਹੜੇ ਸਟੂਡੈਂਟਸ ਜੇ ਅਗਰ ਸਾਡਾ ਪ੍ਰੋਫਾਈਲ ਥੋੜ੍ਹਾ ਬਹੁਤ ਊਣਤਾਈ ਵਾਲਾ ਵੀ ਹੁੰਦਾ, ਇਸ ਸਮੇਂ 'ਚ ਉਹ ਵੀ ਚੱਲ ਜਾਂਦੇ ਆ। ਆਸਟ੍ਰੇਲੀਆ ਨੇ ਹਾਲੇ ਜਿਹੜਾ ਕੁਆਲਿਟੀ ਕੰਪਰੋਮਾਈਜ਼ ਉਹ ਬਹੁਤ ਜ਼ਿਆਦਾ ਨਹੀਂ ਕੀਤਾ, ਬਿਕੋਜ਼ ਅਗਰ ਤੁਹਾਡੀ 18 ਪਾਸ 19 ਪਾਸ ਜਾਂ 20 ਪਾਸ ਹੈ, ਔਰ ਤੁਹਾਡੇ ਕੋਲ ਆਇਲਸ ਦਾ ਸਕੋਰ 6 ਹੈ ਜਾਂ ਮਿਨੀਮਮ ਤੋਂ ਮਿਨੀਮਮ 5.5 ਸਕੋਰ ਹੈ, ਉਹ ਵੀ 5 ਤੋਂ ਥੱਲੇ ਨਾ ਹੋਣ, ਫਿਰ ਆਸਟ੍ਰੇਲੀਆ ਇੱਕ ਚੰਗੀ ਆਪਸ਼ਨ ਹੈ। ਔਰ ਆਸਟ੍ਰੇਲੀਆ ਨੇ ਜਿੱਦਾਂ ਦੱਸਿਆ ਕਿ ਆਪਣੀ ਭਰਪਾਈ ਕਰਨੀ ਹੈ, ਜਿੰਨੀਆਂ ਯੂਨੀਵਰਸਿਟੀਜ਼ ਆ
ਕਾਫੀ ਸਮਾਂ ਹੋ ਗਿਆ ਉਹਨਾਂ ਨੂੰ ਕਿ ਬਿਕੋਜ਼ ਉਹ ਵੀਜ਼ਾਸ ਨਹੀਂ ਗ੍ਰਾਂਟ ਕਰ ਸਕੇ, ਰੂਲਸ ਰਿਸਟ੍ਰਿਕਟ ਸੀ ਪਹਿਲਾਂ। ਉਸ ਤੋਂ ਬਾਅਦ ਆਸਟ੍ਰੇਲੀਆ ਲਈ ਇੰਡੀਆ ਦਾ ਲੈਵਲ 3 ਦੇ ਵਿੱਚ ਆਉਣਾ, ਔਰ ਬਿਕੋਜ਼ ਲੈਵਲ 2 ਦੇ ਵਿੱਚ ਤੁਹਾਨੂੰ ਫਾਈਨਾਂਸ ਫੰਡਿੰਗ ਦੀ ਬਹੁਤ ਜ਼ਿਆਦਾ ਲੋੜ ਨਹੀਂ ਹੁੰਦੀ। ਸੋ ਆਸਟ੍ਰੇਲੀਆ ਲਈ ਹੁਣ ਇੰਡੀਆ ਦਾ ਅਸੈਸਮੈਂਟ ਲੈਵਲ 3 ਹੋ ਗਿਆ, ਪਰ ਉਹਦੇ ਬਾਵਜੂਦ ਲੱਗਦਾ ਸੀਗਾ ਕਿ ਹਾਲੇ ਸਮਾਂ ਨਹੀਂ ਆਏਗਾ ਇੰਡੀਆ ਦਾ, ਪਰ ਇਹ ਰਾਤੋਂ ਰਾਤ ਇੱਕਦਮ ਆਇਆ ਹੈ। ਪਰ ਹਾਲੇ ਆਸਟ੍ਰੇਲੀਆ ਫਿਜ਼ੀਕਲ ਟਰੈਵਲ ਕਦੋਂ ਹੋਣਾ ਉਹਦੇ ਉੱਪਰ ਹਾਲੇ ਵੀ ਇੱਕ ਸਵਾਲ ਹੈ। ਪਰ ਤੁਸੀਂ ਇੱਕ ਕੰਟਰੀ ਦਾ ਤੁਹਾਨੂੰ ਉਹ ਦਿਸਣ ਜ਼ਰੂਰ ਲੱਗ ਗਿਆ ਕਿ ਯੈਸ ਜਿਹੜੀ ਰਿਕੁਆਇਰਮੈਂਟ ਆ, ਨੀਡ ਹੈ, ਜੋ ਨੀਡ ਆਫ ਦੀ ਆਵਰ ਹੈ ਜਾਂ ਸਟੂਡੈਂਟਸ ਲਈ ਜਿਹੜੀ ਇੱਕ ਆਪਸ਼ਨ ਹੈ। ਸੋ ਆਸਟ੍ਰੇਲੀਆ ਬਹੁਤ ਵੱਡੀ ਆਪਸ਼ਨ ਰਿਹਾ ਸ਼ੁਰੂ ਤੋਂ ਹੀ। ਸੋ ਉਹ ਆਪਸ਼ਨ ਅਗੇਨ ਓਪਨ ਅਪ ਹੋਈ ਹੈ। ਸੋ ਆਸਟ੍ਰੇਲੀਆ ਜਾਣ ਵਾਲੇ ਜਿੰਨੇ ਵੀ ਸਟੂਡੈਂਟਸ ਆ ਬਹੁਤ ਸਮੇਂ ਤੋਂ ਜਿਹੜੇ ਰੁਕੇ ਹੋਏ ਸੀ ਜਾਂ ਡਰਦੇ ਫਾਈਲਾਂ ਨਹੀਂ ਲਾ ਰਹੇ ਸੀ, ਸੋ ਉਹਨਾਂ ਨੂੰ ਤੇ ਇਹੀ ਸੁਝਾਅ ਹੈ ਕਿ ਆਪਣੀ ਐਪਲੀਕੇਸ਼ਨਸ ਕੁਇਕਲੀ ਫਾਈਲ ਕਰਨ। ਜੀ ਵਾਕਈ ਜਿਹੜਾ ਸੁਪਨਾ ਦੇਖਦੇ ਸੀਗੇ ਕਿ ਆਸਟ੍ਰੇਲੀਆ ਜਾਵਾਂਗੇ ਆਪਣੇ ਦੋਸਤਾਂ ਕੋਲ, ਆਪਣੇ ਸੱਜਣਾ ਦੇ ਕੋਲ, ਉਹ ਜਾ ਸਕਦੇ ਨੇ। ਸੋ ਉਮੀਦ ਦੀ ਕਿਰਨ ਦੁਬਾਰਾ ਜਗਣੀ ਸ਼ੁਰੂ ਹੋ ਚੁੱਕੀ ਹੈ। ਫਿਜ਼ੀਕਲ ਕਿਵੇਂ ਜਾਣਗੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆਬਵੀਅਸਲੀ ਇਹ ਅਗਰ ਇਹ ਆਇਆ ਤੇ ਦੂਜਾ ਵੀ ਸ਼ੁਰੂ ਹੋ ਜਾਏਗਾ। ਬਿਕੋਜ਼ ਅਗਰ ਕੈਨੇਡਾ ਨੇ ਵੀਜ਼ੇ ਦਿੱਤੇ ਆ, ਕੈਨੇਡਾ ਨੇ ਇੱਕ ਸਮੈਸਟਰ ਸਿਰਫ ਰੋਕਿਆ ਆ, ਉਸ ਤੋਂ ਬਾਅਦ ਸਾਰੇ ਗਏ ਆ। ਯੂਕੇ ਨੇ ਇੱਕ ਸਮੈਸਟਰ ਵੀ ਨਹੀਂ ਰੋਕਿਆ। ਯੂਕੇ ਪਹਿਲੇ ਦਿਨ ਤੋਂ ਹੀ ਅਗਰ ਸਟੂਡੈਂਟ ਦਾ ਵੀਜ਼ਾ ਸੀ ਤਾਂ ਪਹਿਲੇ ਦਿਨ ਤੋਂ ਹੀ ਗਿਆ ਆ। ਸੋ ਜਦੋਂ ਤੁਸੀਂ ਵੀਜ਼ਾ ਗ੍ਰਾਂਟ ਕਰਨ ਲੱਗੇ ਫਿਰ ਰੋਕਣ ਵਾਲਾ ਕੋਈ ਮਨਸ਼ਾ ਹੁੰਦੀ ਨਹੀਂ ਕਿਸੇ ਵੀ ਸਰਕਾਰ ਦੀ, ਬਿਕੋਜ਼ ਕਿਸੇ ਵੀ ਸਟੂਡੈਂਟ ਨੇ ਇੰਟਰਨੈਸ਼ਨਲ ਐਜੂਕੇਸ਼ਨ ਲਈ ਪੈਸੇ ਭਰੇ ਆ, ਤਾਂ ਲੋਕਲ ਸਾਡੇ ਸਟੂਡੈਂਟ ਤਾਂ ਉੱਦਾਂ ਹੀ ਨਹੀਂ ਪੜ੍ਹਦੇ। ਜੀ ਅਰਿੰਦਰਪਾਲ ਜੀ, ਹੁਣ ਗੱਲ ਕਰੀਏ ਤਾਂ ਕਾਫੀ ਸਾਰੇ ਜਿਹੜੇ ਦੋਸਤ ਨੇ ਉਹ ਯੂਰਪ ਵੱਲ ਕਾਫੀ ਤਵੱਜੋ ਰੱਖਦੇ ਨੇ, ਖਾਸ ਕਰਕੇ ਪੁਰਤਗਾਲ, ਹੈ ਨਾ। ਕਈ ਸੇ ਅਲੱਗ-ਅਲੱਗ ਨਾਮ ਲੈਂਦੇ ਨੇ, ਕੋਈ ਪੁਰਤਗਾਲ ਕੋ ਬੋਲਦੇ ਨੇ, ਕੋਈ ਪੁਰਤਗਾਲ ਬੋਲਦੇ, ਪੋਰਚੁਗਲ ਬੋਲਦੇ, ਹੈ ਨਾ। ਸੋ ਉਹਨਾਂ ਵੱਲ ਕਾਫੀ ਉਹਨਾਂ ਦਾ ਇੰਟਰਸਟ ਰਹਿੰਦਾ ਹੈ। ਪਰ ਇਹ ਗੱਲ ਤਾਂ ਖਾਸ ਇੰਟਰਸਟ ਕੀ ਗੱਲ ਹੈ, ਕੀ ਕਾਰਨ ਹੈ ਕਿ ਹਾਂ ਵੀ ਲੋਕੀ ਉੱਧਰ ਜ਼ਿਆਦਾ ਆਪਣਾ ਇੰਟਰਸਟ ਰੱਖਦੇ ਨੇ, ਐਂਡ ਉੱਥੋਂ ਦਾ ਕੀ ਮਾਹੌਲ ਹੈ, ਉਹ ਕਿਵੇਂ ਐਕਸੈਪਟ ਕਰ ਰਹੇ ਨੇ ਅੱਜ ਕੱਲ੍ਹ ਦੇ ਨਵੇਂ ਵੀਜ਼ੇ? ਪੁਰਤਗਾਲ ਬੇਸਿਕਲੀ ਜਿਹੜਾ ਹਮੇਸ਼ਾ ਖਬਰਾਂ 'ਚ ਕੋਈ ਨਾ ਇੱਕ ਕੰਟਰੀ ਸ਼ੈਂਗਨ ਦਾ ਯੂਰਪ ਦਾ ਜ਼ਰੂਰ ਸੁਣਨ ਨੂੰ ਮਿਲਦਾ। ਕਦੀ ਇਹ ਪੋਲੈਂਡ ਸੀ, ਕਦੀ ਸਪੇਨ ਸੀ, ਕਦੀ ਜਿੱਦਾਂ ਹੁਣ ਪੁਰਤਗਾਲ ਆ, ਇੱਦਾਂ ਹੀ ਪਹਿਲਾਂ ਗ੍ਰੀਸ ਸੀ, ਇਟਲੀ ਸੀ। ਸੋ ਇਹਦਾ ਕਾਰਨ ਕੀ ਆ? ਯੂਰਪੀਅਨ ਯੂਨੀਅਨ ਦੇ ਜਿੰਨੇ ਕੰਟਰੀਜ਼ ਆ ਉੱਥੇ ਇੱਕ ਜਿਹੜਾ ਕਾਨੂੰਨ ਆ ਬੇਸਿਕ, ਉਹਦੀ ਮੈਂ ਤੈਨੂੰ ਸਮਝਾ ਦਿੰਦਾ। ਅਗਰ ਤੁਸੀਂ 5 ਸਾਲ ਲਗਾਤਾਰ ਨੌਕਰੀ ਕਰ ਲਈ, ਤੁਹਾਡੀ PR ਹੈ। ਅਗਰ ਤੁਸੀਂ 10 ਸਾਲ ਚਾਹੇ 2 ਨੰਬਰ 'ਚ ਵੀ ਰਹਿ ਗਏ ਤਾਂ ਵੀ ਤੁਹਾਡੀ ਇੰਡੈਫੀਨਿਟ ਸਟੇ ਆ, PR ਹੈ। ਸੋ ਜਦੋਂ ਵੀ ਕਿਸੇ ਸਰਕਾਰ ਦੇ ਕੋਲ ਜਿੱਦਾਂ ਮਰਦਮਸ਼ੁਮਾਰੀ ਹੁੰਦੀ ਆ, ਇਲੈਕਸ਼ਨਸ ਨੇ, ਜਾਂ ਉਹ ਆਪਣਾ ਡਾਟਾਬੇਸ ਅਪਗ੍ਰੇਡ ਕਰ ਰਹੇ ਨੇ, ਉਦੋਂ ਗਵਰਨਮੈਂਟ ਕਹਿੰਦੀ ਕਿ ਜਿੰਨੇ ਸਾਡੇ ਕੋਲ ਪੁਰਾਣੇ ਲੈਫਟ ਓਵਰਸ ਆ ਉਹ ਸਭ ਨੂੰ ਡਾਟਾਬੇਸ 'ਚ ਪਾ ਕੇ ਪੱਕੇ ਕਰ ਦਿਓ। ਸੋ ਉਹਦਾ ਅਸਲ 'ਚ ਗਵਰਨਮੈਂਟ ਦਾ ਮੰਨਣਾ ਇਹ ਹੁੰਦਾ ਕਿ ਅਗਰ ਕੋਈ ਸਾਡੇ ਸਮਾਜ 'ਚ 10 ਸਾਲ ਇੱਥੇ ਰਹਿ ਗਿਆ ਤੇ ਉਹਨੂੰ ਪੱਕੇ ਕਰ ਦਿਓ। ਬਟ ਜਿਹੜੇ ਡਿਵੈਲਪਿੰਗ ਕੰਟਰੀਜ਼ ਨੇ, ਜਿਹੜੇ ਹਾਲੇ ਬਹੁਤ ਜ਼ਿਆਦਾ ਇਕੋਨਮੀਜ਼ ਲਾਈਕ ਹਾਈਟੈਕ ਨਹੀਂ ਹੋਈਆਂ, ਸੋ ਉਹਨਾਂ 'ਚ ਹਮੇਸ਼ਾ ਲੂਪ ਹੋਲਸ ਰਹਿੰਦੀਆਂ ਨੇ। ਜਿੱਦਾਂ ਤੁਸੀਂ ਇੰਡੀਆ ਦੇ ਸੰਦਰਭ 'ਚ ਸਮਝਣਾ ਹੋਵੇ, ਹੁਣ ਸਾਡੇ ਆਧਾਰ ਕਾਰਡ ਬਣ ਗਏ, ਪਰ ਅੱਜ ਵੀ ਕੋਈ ਤੁਹਾਨੂੰ 10-15 ਸਾਲ ਪੁਰਾਣਾ ਤੁਹਾਨੂੰ ਰਾਸ਼ਨ ਕਾਰਡ ਦਿਖਾ ਦੇ ਤੇ ਤੁਹਾਨੂੰ ਕੀ ਕਹੋਗੇ? ਵੀ ਤੁਸੀਂ ਇਹ ਮੰਨੋਗੇ ਵੀ ਯਾਰ ਇਹਦਾ ਕੁਛ ਨਾ ਕੁਛ ਨਵਾਂ ਰਹਿ ਗਿਆ, ਪਰ ਪੁਰਾਣਾ ਹੈਗਾ ਸੀ। ਹੁਣ ਉਸ ਰਾਸ਼ਨ ਕਾਰਡ ਦਾ ਤੁਹਾਡੇ ਕੋਲ ਰਿਕਾਰਡ ਕਿਤੇ ਦਰਜ ਹੋਵੇ ਨਾ ਹੋਵੇ, ਬਟ ਉਹ ਇੱਕ ਸਬੂਤ ਵਜੋਂ ਕੰਮ ਕਰਦਾ। ਸੋ ਇਹਨਾਂ ਕੰਟਰੀਜ਼ ਕਿਤੇ ਨਾ ਕਿਤੇ ਇਹੋ ਜਿਹੀਆਂ ਮੈਨੂਪੂਲੇਸ਼ਨਸ ਚੱਲਦੀਆਂ ਨੇ। ਸੋ ਜਿਹਦਾ ਕਰਕੇ ਸਭ ਦੀ ਇੱਕ ਤੁਸੀਂ ਕਿਸੇ ਕੋਈ ਇਨਕੁਆਇਰੀ ਸੁਣੋਗੇ ਤਾਂ ਬਾਈ ਡਿਫਾਲਟ ਹੁੰਦਾ ਜੀ ਪੁਰਤਗਾਲ। ਸੋ ਅਸਲ ਦੇ ਵਿੱਚ ਅਗਰ ਸਟੂਡੈਂਟਸ ਜਾਂ ਅਗਰ ਜਿੰਨੇ ਵੀ ਕੋਈ ਐਪਲੀਕੈਂਟ ਆ ਅਗਰ ਉਹ ਸ਼ੈਂਗਨ ਦੇ ਵਿੱਚ ਚੱਲ ਜਾਣ, ਸ਼ੈਂਗਨ ਵੀਜ਼ਾ ਆਲਮੋਸਟ 26-27 ਕੰਟਰੀਜ਼ ਦਾ ਹੁੰਦਾ। ਸੋ 27 ਕੰਟਰੀਜ਼ ਵਿੱਚ ਤੁਸੀਂ ਕਿਸੇ ਦਾ ਵੀ ਵੀਜ਼ਾ ਲੈ ਕੇ ਕਿਤੇ ਵੀ ਜਾ ਸਕਦੇ ਹੋ। ਔਰ ਅਗਰ ਸ਼ੈਂਗਨ ਦੇ ਵਿੱਚ ਜਾਣਾ ਹੋਵੇ ਤਾਂ ਸਟੂਡੈਂਟਸ ਲਈ ਬੈਸਟ ਆਪਸ਼ਨ ਇਸ ਟਾਈਮ ਕੀ ਆ ਕਿ ਸਟੂਡੈਂਟ ਦੀ 3000 ਯੂਰੋ ਫੀਸ ਲੱਗਦੀ ਹੈ। ਸੋ 3000 ਯੂਰੋ ਖਰਚ ਕੇ ਸਟੂਡੈਂਟ ਜਰਮਨੀ 'ਚ ਪੜ੍ਹਨ ਜਾ ਸਕਦੇ ਆ। ਸੋ ਜਰਮਨੀ 'ਚ ਦੂਸਰਾ ਪ੍ਰੋਗਰਾਮ ਹੁੰਦਾ, ਉਹਨੂੰ ਫ੍ਰੀ ਐਜੂਕੇਸ਼ਨ ਕਹਿੰਦੇ ਆ। ਸੋ ਫ੍ਰੀ ਐਜੂਕੇਸ਼ਨ ਦੇ ਵਿੱਚ ਵੀ ਸਟੂਡੈਂਟ ਜਾ ਸਕਦੇ ਆ, ਬਟ ਉਹ ਸਟੂਡੈਂਟਸ ਦਾ ਲੈਵਲ ਅਲੱਗ ਤਰੀਕੇ ਨਾਲ ਅਸੈਸਮੈਂਟ ਕਰਨਾ ਹੁੰਦਾ। ਪਰ ਜਿਹੜਾ ਮੈਂ ਦੂਸਰਾ ਦੱਸਿਆ ਕਿ 3000 ਯੂਰੋ ਵਾਲੀ ਫੀਸ ਵਾਲਾ, ਸੋ ਇਹ ਸਟੂਡੈਂਟ ਜਰਮਨੀ 'ਚ ਇਸ ਟਾਈਮ ਸਭ ਤੋਂ ਵੱਧ ਨੇ। ਔਰ ਜਿਹੜੇ ਮਾਸਟਰਸ ਵਾਲੇ ਸਟੂਡੈਂਟਸ ਨੇ ਉਹਨਾਂ ਦੀ ਸਭ ਤੋਂ ਵੱਡੀ ਤਾਦਾਦ ਹੈ। ਔਰ ਸਟੂਡੈਂਟਸ ਨੂੰ ਜਰਮਨੀ ਤੋਂ ਭੱਜਣ ਦੀ ਵੀ ਲੋੜ ਨਹੀਂ, ਬਿਕੋਜ਼ ਜਰਮਨੀ ਪੂਰੇ ਯੂਰਪ ਦੀ ਨੰਬਰ 1 ਇਕੋਨਮੀ ਹੈ। ਔਰ ਅਗਰ ਸਟੂਡੈਂਟ ਜਰਮਨ 'ਚ ਪੜ੍ਹ ਰਿਹਾ ਔਰ ਉੱਥੇ ਪੁਰਤਗਾਲ ਦੀ ਤੁਸੀਂ ਛੱਡੋ, ਤੁਸੀਂ ਜਰਮਨ ਦੇ ਵਿੱਚ ਵੀ PR ਲੈ ਸਕਦੇ ਹੋ। ਸੋ ਸਟੂਡੈਂਟਸ ਕੋਲ ਚੁਆਇਸ ਹੁੰਦੀ ਕਿ ਬਹੁਤ ਸਾਰੇ ਕੰਟਰੀਜ਼ ਸਟੂਡੈਂਟਸ ਨੂੰ ਬੰਨ੍ਹ ਕੇ ਨਹੀਂ ਰੱਖ ਸਕਦੇ, ਬਿਕੋਜ਼ ਕਿਸੇ ਜ਼ਮਾਨੇ ਬੱਚੇ ਇਸਟੋਨੀਆ ਜਾਂਦੇ ਸੀ, ਲਾਤਵੀਆ ਜਾਂਦੇ ਸੀ, ਲਿਥੁਆਨੀਆ ਜਾਂਦੇ ਸੀ, ਪੋਲੈਂਡ ਜਾਂਦੇ ਸੀ, ਚੈੱਕ ਜਾਂਦੇ ਸੀ, ਪ੍ਰਾਗ ਜਾਂਦੇ ਸੀ, ਸਲੋਵਾਕ ਜਾਂਦੇ ਸੀ। ਸੋ ਇਹ ਜਦੋਂ ਵੀ ਬੇਲਾਰੂਸ ਜਾਂਦੇ ਸੀ, ਇਹਨਾਂ ਸਾਰੇ ਕੰਟਰੀਜ਼ 'ਚ ਸਟੂਡੈਂਟਸ ਜਿਹੜਾ ਤਰੀਕਾ ਵਰਤਦੇ ਨੇ ਉਹ ਹੈਗਾ ਗੇਟਵੇ ਟੂ ਯੂਰਪ, ਕਿ ਯੂਰਪ ਦਾ ਦਰਵਾਜ਼ਾ ਕਿਹੜੇ ਮੁਲਕ ਨੇ ਖੋਲ੍ਹਣਾ ਆ। ਸੋ ਇਹ ਉਹਨਾਂ ਮੁਲਕਾਂ ਦੇ ਨਾਮ ਨੇ। ਸੋ ਜਾਣਾ ਇੱਥੋਂ ਆ, ਬਟ ਜਾਣਾ ਉੱਥੇ ਹੀ ਆ ਜਿੱਥੇ ਕੋਈ ਤੁਹਾਡਾ ਸਗਾ ਸੰਬੰਧੀ, ਕੋਈ ਮਾਮਾ, ਚਾਚਾ, ਤਾਇਆ, ਫੁੱਫੜ, ਕੋਈ ਨਾ ਕੋਈ ਰਹਿੰਦਾ। ਸੋ ਗਾਂ ਉੱਥੇ ਨਿਕਲ ਜਾਂਦੇ ਨੇ। ਸੋ ਪਰ ਇਹ ਪੁਰਾਣਾ ਜ਼ਮਾਨਾ ਹੋ ਗਿਆ। ਸੋ ਅੱਜ ਦੇ ਜ਼ਮਾਨੇ ਦੀ ਅਗਰ ਗੱਲ ਕਰੀਏ, ਸੋ ਜਰਮਨ ਵਰਗੇ ਮੁਲਕ ਜਿਨ੍ਹਾਂ ਦਾ ਤੁਸੀਂ ਨਾਮ ਸੁਣਿਆ ਕਿ ਇਹ PR ਨਹੀਂ ਦਿੰਦੇ, ਪੱਕੇ ਨਹੀਂ ਕਰਦੇ,
ਸੋ ਹੁਣ ਇਹ ਜਰਮਨ ਵੀ ਪੱਕੇ ਕਰਨ ਲੱਗ ਗਿਆ। ਸੋ ਜਰਮਨ ਦੇ ਵਿੱਚ ਜਿਹੜੇ ਸੋਸ਼ਲ ਸਿਕਿਉਰਿਟੀ ਆ ਪੂਰੀ ਦੁਨੀਆ 'ਚ ਅਗਰ ਗੱਲ ਕਰੀਏ ਤਾਂ ਨੰਬਰ 1 ਹੈ। ਸੋ ਤੁਸੀਂ ਰੈੱਡ ਲਾਈਟ ਜੰਪ ਕਰਨ ਬਾਰੇ ਸੋਚ ਨਹੀਂ ਸਕਦੇ ਅਗਰ ਮੈਂ ਜਰਮਨ ਦੀ ਗੱਲ ਕਰਾਂ, ਮਤਲਬ ਬਾਕੀ ਗੱਲਾਂ ਬਹੁਤ ਦੂਰ ਦੀਆਂ ਨੇ। ਸੋ ਸੋਸ਼ਲੀ ਬਹੁਤ ਸਿਕਿਉਰ ਆ। ਦੁਨੀਆ ਦੀਆਂ ਲੀਡਿੰਗ ਕਾਰਸ ਅਗਰ ਤੁਸੀਂ ਕਿਸੇ ਵੀ ਬਗਾਟੀ, ਫਰਾਰੀ, ਮਤਲਬ BMW, ਮਰਸੀਡੀਜ਼, ਰੋਲਸ ਰॉयस ਕਿਸੇ ਵੀ ਗੱਡੀ ਦੀ ਗੱਲ ਕਰੋ ਤਾਂ ਇਹ ਸਾਰੀਆਂ ਜਰਮਨ ਦੀਆਂ ਕਾਰਾਂ ਨੇ। ਸੋ ਪੂਰੇ ਯੂਰਪ ਦੀ ਨੰਬਰ 1 ਇਕੋਨਮੀ ਆ ਔਰ ਪੂਰੀ ਦੁਨੀਆ ਦੀ ਚੌਥੇ ਨੰਬਰ ਦੀ ਇਕੋਨਮੀ ਆ। ਸੋ ਸ਼ਾਇਦ ਹੀ ਉੱਥੋਂ ਕਿਸੇ ਨੂੰ ਗਾਂਹ ਜਾਣਾ ਪਵੇ। ਸੋ ਅਗਰ ਸਾਡੇ ਸਟੂਡੈਂਟਸ ਲਈ ਜਰਮਨ ਸੋਚ ਸਕਦੇ ਨੇ ਤੇ ਇਸ ਤੋਂ ਉੱਪਰ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਕੁਝ ਹੋਰ ਸੋਚਣਾ ਪਊਗਾ। ਫਰਕ ਸਿਰਫ ਇੰਨਾ ਆ ਕਿ ਜਿਹੜੀ ਇਹ ਹੁਣ ਦੀ ਜਨਰੇਸ਼ਨ ਆ ਇਹਨਾਂ ਨੇ ਜਰਮਨ ਦਾ ਨਾਮ ਨਹੀਂ ਸੁਣਿਆ। ਅਗਰ ਤੁਸੀਂ ਕਿਸੇ ਸਟੂਡੈਂਟ ਦੇ ਫਾਦਰ ਨੂੰ ਗੱਲ ਪੁੱਛੋਗੇ ਤੇ ਉਹਨਾਂ ਜ਼ਮਾਨੇ ਦਾ ਅਮਰੀਕਾ, ਕੈਨੇਡਾ, ਜਰਮਨ ਹੁੰਦਾ ਸੀ। ਬਿਕੋਜ਼ ਜਦੋਂ ਹੁਣ ਤੁਸੀਂ 2 ਨੰਬਰ ਵਾਲੇ ਜਿਹੜੇ ਬੱਚੇ ਜਾਂਦੇ ਨੇ ਪੁੱਠੇ ਸਿੱਧੇ ਰਾਹਾਂ ਤੋਂ ਜਾਂਦੇ ਆ, ਕੋਈ ਮੈਕਸੀਕੋ ਦੀ ਗੱਲ ਕਰਦਾ, ਕੋਈ ਗੁਆਟੇਮਾਲਾ ਦੀ ਗੱਲ ਕਰਦਾ, ਪਰ ਗੱਲ ਅਖੀਰ ਅਮਰੀਕਾ ਦੀ ਹੁੰਦੀ ਆ। ਸੋ ਅਮਰੀਕਾ, ਕੈਨੇਡਾ ਜਾਣ ਵਾਲੇ, ਸੋ ਅੱਗੇ ਜਿਹੜੇ ਯੂਰਪ ਤੋਂ ਜਾਂਦੇ ਸੀ ਉਹ ਸਾਰੇ ਮਾਸਕੋ ਵੱਲ ਦੀ ਆਉਂਦੇ ਸੀ। ਔਰ ਉਦੋਂ ਕਿਤੇ ਨਾ ਕਿਤੇ ਇਹੀ ਹੁੰਦਾ ਸੀ ਵੀ ਯਾਰ ਅਖੀਰਲਾ ਮੁਲਕ ਜਰਮਨੀ ਆ, ਕਿਸੇ ਨਾ ਕਿਸੇ ਤਰੀਕੇ ਨਾਲ ਪਹੁੰਚ ਜਾਈਏ। ਪਰ ਜਰਮਨ ਪੱਕੇ ਨਹੀਂ ਹੁੰਦੇ ਸੀ, ਸੋ ਇਸ ਕਰਕੇ ਗਾਂਹ ਦੀ ਗਾਂਹ ਭੱਜਦੇ ਸੀ। ਸੋ ਅੱਜ ਵੀ ਅਗਰ ਪੇਰੈਂਟਸ ਦੇ ਕੋਲੋਂ ਪੁੱਛਿਆ ਜਾਵੇ ਤੇ ਸ਼ਾਇਦ ਜਰਮਨ ਤੋਂ ਉੱਪਰ ਕੋਈ ਮੁਲਕ ਤੁਸੀਂ ਗਿਣ ਨਾ ਸਕੋ, ਬਿਕੋਜ਼ ਇਹ ਫੁੱਲੀ ਡਿਵੈਲਪ ਕੰਟਰੀਜ਼ ਨੇ। ਸੋ ਇਹੀ ਅਗਰ ਕੈਨੇਡਾ ਵਰਗੇ ਮੁਲਕਾਂ ਦੀ ਗੱਲ ਕਰਦੇ ਹੋ, ਇਹ ਹਾਲੇ ਅੰਡਰ ਡਿਵੈਲਪ ਨੇ, ਡਿਵੈਲਪਿੰਗ ਸਟੇਜ ਦੇ ਵਿੱਚ ਨੇ, ਹਾਲੇ ਗਰੋ ਹੋ ਰਹੇ ਆ। ਸੋ ਜਰਮਨ ਵਾਲੇ ਮੁਲਕਾਂ ਕਿ ਤੁਸੀਂ ਇੱਕ ਇੱਟ ਵੀ ਚੱਕ ਕੇ ਦੂਜੇ ਥਾਂ ਰੱਖਣ ਵਾਲੀ ਅਗਰ ਗੱਲ ਕਰੋ ਤਾਂ ਉਹ ਵੀ ਹੈ ਨਹੀਂ। ਸੋ ਡਿਵੈਲਪਮੈਂਟ ਦਾ ਨਾਮੋ ਨਿਸ਼ਾਨ ਨਹੀਂ ਹੈਗਾ। ਸੋ ਜੋ ਪੁਲ ਬਣਨੇ, ਸੜਕਾਂ ਬਣਨੀਆਂ, ਉਹ ਕਈ ਸੌ ਸਾਲ ਪਹਿਲਾਂ ਬਣ ਗਈਆਂ। ਸੋ ਹੁਣ ਡਿਵੈਲਪਮੈਂਟ ਬਹੁਤ ਮਾਈਨਰ, ਬਹੁਤ ਛੋਟੇ ਲੈਵਲ ਦੇ ਉੱਪਰ ਆ। ਪਰ ਜਿਹੜਾ ਹੁਣ ਜਰਮਨ ਨੇ ਨਵਾਂ ਪ੍ਰੋਗਰਾਮ ਲਿਖਿਆ ਉਹਦੇ ਵਿੱਚ ਸਟੂਡੈਂਟਸ ਨੂੰ ਇੰਗਲੈਂਡ ਵਾਂਗੂ ਵਰਕ ਪਰਮਿਟ ਰਾਈਟਸ ਨੇ, ਕੈਨੇਡਾ ਵਾਂਗੂ ਵਰਕ ਪਰਮਿਟਸ ਰਾਈਟ ਨੇ। ਉਸ ਤੋਂ ਬਾਅਦ ਸਟੂਡੈਂਟਸ ਉੱਥੇ PR ਹਾਸਲ ਕਰ ਸਕਦੇ ਆ। ਸੋ ਮੇਰੀ ਇਹ ਅਪੀਲ ਆ ਕਿ ਅਗਰ ਸਟੂਡੈਂਟਸ ਪੁੱਠਾ ਸਿੱਧਾ ਕੋਈ ਸੋਚਦੇ ਨੇ, ਸੋ ਜਰਮਨ ਬਾਰੇ ਥੋੜ੍ਹੀ ਬਹੁਤ ਐਜੂਕੇਸ਼ਨ ਲਓ। ਸੋ ਫ੍ਰੀ ਐਜੂਕੇਸ਼ਨ ਜਰਮਨੀ ਲਿਖੋ, ਤੁਹਾਨੂੰ ਗੂਗਲ ਦੇ ਉੱਪਰ, ਵਟਸਐਪ ਦੇ ਉੱਪਰ, ਲਾਈਕ ਸੋਸ਼ਲ ਮੀਡੀਆ ਦੇ ਉੱਪਰ, ਫੇਸਬੁੱਕ, YouTube ਦੇ ਉੱਪਰ ਬਹੁਤ ਸਾਰੀਆਂ ਵੀਡੀਓਜ਼ ਮਿਲਣਗੀਆਂ। ਸੋ ਤੁਸੀਂ ਉਹਨਾਂ ਨੂੰ ਪੜ੍ਹੋ, ਦੇਖੋ, ਸੁਣੋ, ਤੁਹਾਨੂੰ ਆਪਣੇ ਆਪ ਪਤਾ ਲੱਗੂਗਾ ਕਿ ਇਹ ਕਿਹੜੀ ਦੁਨੀਆ ਦੀ ਗੱਲ ਹੋ ਰਹੀ ਹੈ। ਬਿਕੋਜ਼ ਸਾਡੇ ਬੱਚਿਆਂ ਨੇ ਸਿਰਫ ਅਮਰੀਕਾ, ਕੈਨੇਡਾ ਤੋਂ ਇਲਾਵਾ ਹਾਲੇ ਕੋਈ ਜ਼ਿਆਦਾ ਸੁਣਿਆ ਨਹੀਂ ਹੈ। ਸੋ ਵਾਕਈ ਦੋਸਤੋ ਤੁਹਾਡੇ ਲਈ ਇੱਕ ਬੜੀ ਵਧੀਆ ਆਪਸ਼ਨ ਜਿਹੜੀ ਹੈ, ਜਿਵੇਂ ਕਿ ਰਵਿੰਦਰਪਾਲ ਸਿੰਘ ਜੀ ਨੇ ਦੱਸਿਆ ਕਿ ਜਰਮਨ ਬੜੀ ਵਧੀਆ ਆਪਸ਼ਨ ਹੋ ਸਕਦੀ ਹੈ ਕੈਨੇਡਾ, ਅਮਰੀਕਾ, ਈਵਨ ਆਸਟ੍ਰੇਲੀਆ ਤੇ UK ਤੋਂ ਇਲਾਵਾ। ਸੋ ਜਰਮਨ ਤੁਸੀਂ ਆਪਣੇ ਲਿਸਟ ਵਿੱਚ ਰੱਖ ਸਕਦੇ ਹੋ, ਈਵਨ ਟੌਪ ਤੇ ਰੱਖ ਸਕਦੇ ਹੋ। ਸੋ ਰਵਿੰਦਰਪਾਲ ਜੀ ਹੁਣ ਗੱਲ ਕਰੀਏ USA ਦੀ, ਤਾਂ USA ਹਰ ਕੋਈ ਮੈਂ ਕਹਿੰਦਾ ਪੁੱਠੇ ਦਿਨ ਗਿਣਨਾ ਸ਼ੁਰੂ ਹੋ ਗਿਆ ਕਿ ਅੱਜ ਬਈ 16 ਹੋ ਗਈ ਹੈ, ਥੋੜ੍ਹੇ ਦਿਨ ਰਹਿ ਗਏ ਆ, ਫਿਰ 1 ਤਰੀਕ ਆ ਜਾਣੀ ਆ, ਫਿਰ ਜਿਹੜੇ ਨਵੇਂ ਰੂਲਸ ਆ ਜਾਊਗੇ। ਸੋ ਕੀ ਲੱਗਦਾ ਕਿ ਵਾਕਈ ਚੰਗੇ ਦਿਨ ਆਉਣਗੇ ਫਿਰ? ਚੰਗੇ ਦਿਨ ਤੇ ਅਵਸ਼ ਆਉਣਗੇ, ਬਿਕੋਜ਼ ਇਸ ਤੋਂ ਬੁਰੇ ਕਦੀ ਹੋਏ ਨਹੀਂ। ਚਾਹੇ ਪੰਜਾਬ ਦੀ ਗੱਲ ਕਰ ਲਓ, ਚਾਹੇ ਅਮਰੀਕਾ ਦੀ ਗੱਲ ਕਰ ਲਓ, ਕਹਾਣੀਆਂ ਇੱਕੋ ਹੀ ਨੇ। ਸੋ ਆਉਣ ਵਾਲਾ ਸਮਾਂ ਕਾਫੀ ਬਿਹਤਰ ਹੈ ਨਾ। ਔਰ ਤੁਸੀਂ ਨਵੰਬਰ ਤੋਂ USA ਸਟਾਰਟ ਹੋ ਗਿਆ। ਨਵੰਬਰ ਔਨਵਰਡਸ, ਲਾਸਟ ਮਹੀਨੇ ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਸਮਾਂ ਚੱਲ ਰਿਹਾ, ਇਹਦੇ ਵਿੱਚ ਹੀ ਸ਼ਾਨਦਾਰ ਰਿਜ਼ਲਟ ਨੇ। ਸੋ ਬਹੁਤ ਸਾਰੇ ਬੱਚੇ ਜਿਹੜੇ ਇਸ ਟਾਈਮ US ਦੀ ਅੰਬੈਸੀ ਗਏ ਔਰ US ਨੇ ਵੀ ਸਪੈਸ਼ਲ ਵੀਜ਼ਾ ਵੀਕ ਮਨਾਇਆ, ਔਰ ਵੀਜ਼ਾ ਵੀਕ ਨਹੀਂ, ਆਲਮੋਸਟ ਵੀਜ਼ਾ ਮੰਥਸ ਮਨਾਏ ਜਾ ਰਹੇ ਆ। ਮੀਨਸ ਉੱਥੇ ਅਗਰ 100 ਬੱਚਾ ਗਿਆ ਤਾਂ ਉਹਦੇ ਵਿੱਚੋਂ 90 ਵੀਜ਼ੇਸ ਦੇ ਰਹੇ ਸੀ। ਸੋ ਅਮਰੀਕਾ ਅੰਬੈਸੀ ਸ਼ੁਰੂ ਹੋ ਚੁੱਕੀ ਆ, ਬਟ ਅਮਰੀਕਾ ਅੰਬੈਸੀ ਦੇ ਵਿੱਚ ਇੱਕੋ ਇੱਕ ਪੰਗਾ ਆ ਕਿ ਬਹੁਤ ਸਾਰੀਆਂ ਕੈਟਾਗਰੀਜ਼ ਹਾਲੇ ਓਪਨ ਨਹੀਂ ਆ। ਸੋ F1 ਕੈਟਾਗਰੀ ਜਾਂ ਸਟੂਡੈਂਟਸ ਦੀਆਂ ਕੈਟਾਗਰੀਜ਼ ਓਪਨ ਨੇ, ਔਰ ਉਹ ਵੀ ਉਹਦੇ 'ਚ ਲਿਮਟਿਡ ਸੀਟਸ ਨੇ। ਸੋ ਜਿਹੜੇ ਬੱਚੇ ਅਗਰ ਅਮਰੀਕਾ ਦਾ ਸੁਪਨਾ ਰੱਖਦੇ ਆ, ਉਹ ਇਸ ਤੋਂ ਪਹਿਲਾਂ ਕਿ ਬਹੁਤ ਜ਼ਿਆਦਾ ਰਸ਼ ਹੋਵੇ ਉਹਨਾਂ ਨੂੰ ਅਪਲਾਈ ਕਰਨਾ ਚਾਹੀਦਾ। ਬਿਕੋਜ਼ ਗਾਂ ਰੂਲਸ ਨਵੇਂ ਬਣਦੇ ਨੇ, ਕੋਟਾ ਨਵਾਂ ਨਿਕਲਦਾ ਆ, ਵੀਜ਼ਾਸ ਜ਼ਿਆਦਾ ਨਿਕਲਦੇ ਆ, ਇਹ ਸਟੋਰੀ ਅਲੱਗ ਹੋ ਸਕਦੀ ਆ। ਬਟ ਜਿਹੜਾ ਮਾਹੌਲ ਆ ਇਸ ਟਾਈਮ, ਬਿਕੋਜ਼ ਅੰਬੈਸੀ ਪਾਰਸ਼ਲੀ ਵਰਕਿੰਗ ਦੇ ਉੱਪਰ ਆ ਔਰ ਇੱਕੋ ਇੱਕ ਕੈਟਾਗਰੀ ਪ੍ਰੋਸੈਸ ਕਰ ਰਹੀ ਆ ਔਰ ਉਹਨੂੰ ਵੀ ਪ੍ਰਾਇੋਰਟੀ ਦੇ ਉੱਪਰ ਰੱਖ ਕੇ। ਸੋ ਤੁਸੀਂ ਇਸ ਗੱਲ ਦਾ ਮਤਲਬ ਸਮਝ ਸਕਦੇ ਹੋ ਕਿ ਉਹਦੀ ਅਹਿਮੀਅਤ ਕਿੰਨੀ ਆ। ਸੋ ਸਟੂਡੈਂਟਸ ਆਲਮੋਸਟ ਸਾਰੇ ਮੁਲਕਾਂ ਲਈ ਸਰਮਾਇਆ ਆ। ਸੋ ਸਟੂਡੈਂਟਸ ਹਰ ਮੁਲਕ ਦੀ ਚਾਹਤ ਹੈ, ਬਿਕੋਜ਼ ਸਟੂਡੈਂਟ ਨਾਲ 5 ਰੁਪਈਆਂ ਦੀ ਲੈ ਕੇ ਆਉਂਦਾ, ਨਾਲ ਇੰਟੈਲੈਕਚੁਅਲ ਬ੍ਰੇਨ ਲੈ ਕੇ ਆਉਂਦਾ, ਮੁੜ ਕੇ ਇੰਨਾ ਮਾਦਾ ਰੱਖਦਾ ਕਿ ਉਹ ਇੱਥੇ ਪੜ੍ਹਾਈ ਵੀ ਕਰ ਸਕੇ, ਔਰ ਇੰਨਾ ਉਹ ਕੈਪੇਬਲ ਹੋ ਜਾਂਦਾ ਕਿ ਮੁੜ ਕੇ ਕੱਲ੍ਹ ਨੂੰ ਕਮਾਊ ਪੁੱਤਰ ਹੋ ਜਾਂਦਾ। ਮੀਨਸ ਜਦੋਂ ਕਮਾਊ ਪੁੱਤਰ ਹੋ ਜਾਂਦਾ, ਉਸ ਤੋਂ ਬਾਅਦ ਸਾਰੇ ਮੁਲਕ ਵੇਖਣ ਲੱਗ ਜਾਂਦੇ ਨੇ ਕਿ ਅੱਛਾ ਇਹਨੂੰ ਹੁਣ ਪੱਕੇ ਕਰ ਦਈਏ। ਸੋ ਉਹਨੂੰ ਤੁਸੀਂ ਗ੍ਰੀਨ ਕਾਰਡ, ਲਾਈਕ ਜਿਹੜੇ ਵੀਜ਼ਾਸ ਤੁਸੀਂ ਵੇਖਦੇ ਹੋ, PR, ਸੋ ਜਾਂ ਜਿਹੜੇ ਇਮੀਗ੍ਰੈਂਟ ਵੀਜ਼ਾਸ, ਸੋ ਉਹ ਹੌਲੀ ਹੌਲੀ ਕੀ ਆ ਕਿ ਜਿਹੜਾ ਕਮਾਊ ਪੁੱਤਰ ਹੋ ਗਿਆ, ਜਦੋਂ ਸਰਮਾਏਦਾਰ ਹੋ ਗਿਆ, ਉਹਨੂੰ ਕਹਿਣਾ ਪੁੱਤ ਹੁਣ ਤੂੰ ਇਸੇ ਘਰ ਰਹਿ। ਸੋ ਦੈਟ ਇਜ਼ ਵਾਟ ਵੀ ਕਾਲ PR। ਸੋ PR ਲਿਖਣ ਦਾ ਤਰੀਕਾ ਆਲਮੋਸਟ ਤੁਸੀਂ ਕਿਸੇ ਵੀ ਕੰਟਰੀ ਦੀ ਗੱਲ ਕਰੋ, ਚਾਹੇ
ਤੁਸੀਂ ਆਸਟ੍ਰੇਲੀਆ, ਕੈਨੇਡਾ, UK ਕਿਸੇ ਕੰਟਰੀ ਦੀ ਵੀ ਗੱਲ ਕਰੋਗੇ ਤੇ ਹਰ ਇੱਕ ਦੇ ਮਾਪਣ ਦਾ ਪੈਰਾਮੀਟਰਸ ਇੱਕੋ ਹੀ ਨੇ। ਕਮਾਈ ਕਿੰਨੀ ਆ, ਟੈਕਸਸ ਕਿੰਨੇ ਆ, ਠੀਕ ਹੈ। ਸੋ ਜਦੋਂ ਤੁਹਾਡੀ ਕਮਾਈ ਇੱਕ ਲੈਵਲ ਤੱਕ ਪਹੁੰਚ ਜਾਂਦੀ ਹੈ ਉਦੋਂ ਤੁਹਾਡੇ ਕੋਲ PR ਦੇ ਮੌਕੇ ਮਿਲਦੇ ਨੇ। ਔਰ ਜਦੋਂ ਤੁਸੀਂ ਕਮਾਊ ਪੁੱਤਰ ਮਤਲਬ ਜਦੋਂ ਤੁਸੀਂ ਜੌਬ ਕਰਦੇ ਹੋ, ਨੌਕਰੀ ਕਰਨ ਲੱਗ ਜਾਂਦੇ ਹੋ, ਪੈਸੇ ਕਮਾਉਣ ਲੱਗ ਜਾਂਦੇ ਹੋ, ਉਦੋਂ ਇਹਦੀ ਸ਼ੁਰੂਆਤ ਹੁੰਦੀ ਹੈ। ਸੋ ਜਿਹੜੀ ਗੱਲਬਾਤ ਹੈ ਅਰਵਿੰਦਰਪਾਲ ਜੀ ਦੇ ਨਾਲ ਉਹ ਜਾਰੀ ਰਹੇਗੀ ਐਂਡ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਗੱਲਬਾਤ ਖਾਸ ਕਰਾਂਗੇ ਕਿ ਤੁਸੀਂ ਜਿਵੇਂ ਕੈਨੇਡਾ ਜਾਣਾ ਆਪਣੇ ਵਰਕ ਪਰਮਿਟ ਲਈ, ਤੁਸੀਂ ਆਪਣੇ ਏਜੰਟ ਆਪ ਬਣ ਸਕਦੇ ਹੋ, ਤੁਹਾਨੂੰ ਕਿਸੇ ਏਜੰਟ ਦੀ ਲੋੜ ਨਹੀਂ ਪਵੇਗੀ। ਸੋ ਕਿਵੇਂ ਸਾਰਾ ਕੰਮਕਾਜ ਹੋਏਗਾ ਤੁਹਾਨੂੰ ਦੱਸਾਂਗੇ ਇਸ ਬ੍ਰੇਕ ਤੋਂ ਬਾਅਦ। Dr. Takkar's Medical Spa, Sacramento ਦੇ ਹੁਨਰਮੰਦ ਮੈਡੀਕਲ ਸਪਾ। ਇਹਨਾਂ ਦਾ ਮਿਹਨਤੀ ਸਟਾਫ ਤੁਹਾਨੂੰ ਬਣਾਉਂਦਾ ਹੈ ਖੂਬਸੂਰਤ ਤੇ ਸ਼ਾਨਦਾਰ। ਤੱਕਰ ਮੈਡੀਕਲ ਸਪਾ ਤੇ ਤੁਸੀਂ ਪ੍ਰਾਪਤ ਕਰ ਸਕਦੇ ਹੋ ਲੇਜ਼ਰ ਮੈਡੀਕਲ ਹੈਅਰ ਰਿਮੂਵਲ, ਰਿੰਕਲ ਟ੍ਰੀਟਮੈਂਟ, ਸਕਿਨ ਕੇਅਰ, ਸਕਿਨ ਟਾਈਟਨਿੰਗ, ਫੇਸ਼ੀਅਲ, ਵੋਲਿਊਮ ਲਾਸ, ਲੇਜ਼ਰ ਵੇਨ ਰਿਮੂਵਲ, ਡਾਰਕ ਸਪੌਟ ਰਿਮੂਵਲ। ਤੁਹਾਡੇ ਬਜਟ ਵਿੱਚ ਹੀ ਤੁਹਾਨੂੰ ਸ਼ਾਨਦਾਰ ਲਾਈਫਸਟਾਈਲ ਦੇਣ ਵਾਲੇ Dr. Takkar's Medical Spa, 8191 Timberlake Way, Suite 350, Sacramento, California, 95823. Phone 916-688-9994. Phone 916-688 9994। ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਪ੍ਰੋਗਰਾਮ ਪੰਜਾਬ ਅਬਰੋਡ ਦੇ ਵਿੱਚ। ਅਸੀਂ ਗੱਲਬਾਤ ਕਰ ਰਹੇ ਹਾਂ ਸਾਡੇ ਇਮੀਗ੍ਰੇਸ਼ਨ ਦੇ ਮਾਹਰ ਅਰਵਿੰਦਰਪਾਲ ਸਿੰਘ ਜੀ। ਅਰਵਿੰਦਰਪਾਲ ਜੀ, ਅਸੀਂ ਜਿਵੇਂ ਬ੍ਰੇਕ ਤੋਂ ਪਹਿਲਾਂ ਅਨਾਉਂਸ ਕੀਤਾ ਕਿ ਹਾਂ ਵੀ ਆਪਣੇ ਏਜੰਟ ਤੁਸੀਂ ਆਪ ਬਣੋ, ਕਿਉਂਕਿ ਕਾਫੀ ਵਾਰ ਅਸੀਂ ਸੁਣਦੇ ਹਾਂ ਹੈ ਨਾ, ਏਜੰਟ ਕਹਿ ਦਿੰਦੇ ਆ ਕਿ ਹਾਂ ਵੀ ਬਿਨਾਂ ਆਇਲਸ ਤੋਂ ਚਲੇ ਜਾਓ, ਜਾਂ ਫਿਰ ਜਿਵੇਂ ਤੁਸੀਂ ਪ੍ਰੋਗਰਾਮ ਦੀ ਸਟਾਰਟਿੰਗ ਵਿੱਚ ਕਿਹਾ ਕਿ ਹਾਂ ਵੀ ਨਵਾਂ ਸਾਲ ਉੱਥੇ ਬਣਾਓ, ਇਹ ਬਣਾਓ। ਮਤਲਬ ਲੋਕਾਂ ਨੂੰ ਅਟਰੈਕਟ ਕਰਨ ਦੇ ਕਾਫੀ ਜਿਹੜੇ ਚਾਂਸੇ ਨੇ, ਜਿਹੜੇ ਕਾਫੀ ਸਾਰੇ ਏਜੰਟ ਨੇ ਉਹ ਵਰਤਦੇ ਨੇ। ਅਸੀਂ ਉਹਨਾਂ ਤੋਂ ਬਚਣਾ ਚਾਹੀਦਾ ਹੈ ਨਾ, ਪਰ ਆਪ ਹੀ ਕਿਵੇਂ ਅਸੀਂ ਮੈਂ ਕਹਿੰਦਾ ਸੁਚੇਤ ਹੋ ਕੇ ਅਪਲਾਈ ਕਰ ਸਕਦੇ ਹਾਂ, ਉਹਦੇ ਬਾਰੇ ਜਾਣਕਾਰੀ ਦੱਸੋ ਸਾਡੇ ਸਾਰੇ ਦਰਸ਼ਕਾਂ ਨੂੰ। ਸਭ ਤੋਂ ਪਹਿਲਾਂ ਮੋਹਿਤ ਜੀ ਸਾਨੂੰ ਇਸ ਇੰਡਸਟਰੀ ਨੂੰ ਸਮਝਣਾ ਪਊਗਾ, ਬਿਕੋਜ਼ ਅਸੀਂ ਉਹ ਨਹੀਂ ਕਰਦੇ ਜੋ ਦਿਖਤਾ ਹੈ ਉਹ ਵਿਕਤਾ, ਉਹ ਸਭ ਤੋਂ ਮਸ਼ਹੂਰ ਹੋ ਗਿਆ। ਇੱਕ ਸਮਾਂ ਸੀ ਕਿ ਮੈਨੂੰ ਲਗਭਗ 21 ਸਾਲ ਹੋ ਗਏ ਇਸ ਇੰਡਸਟਰੀ ਵਿੱਚ, ਔਰ ਸਾਨੂੰ ਲੋਕੀ ਡਾਇਰੈਕਟਰੀ ਤੋਂ ਪੜ੍ਹ ਕੇ ਸਾਡਾ ਰਾਹ ਲੱਭ ਕੇ ਆਉਂਦੇ ਸੀ। ਤੇ ਅੱਜ ਕੱਲ੍ਹ ਅਗਰ ਤੁਸੀਂ ਨਹੀਂ ਦਿਸ ਰਹੇ, ਅਗਰ ਮਾਰਕੀਟਿੰਗ ਨਹੀਂ ਹੋ ਰਹੀ ਤਾਂ ਤੁਸੀਂ ਦਿਸਣੋਂ ਹਟ ਗਏ ਤੇ ਵਿਕਣੋਂ ਹਟ ਜਾਓਗੇ। ਸੋ ਇਹ ਬੇਸਿਕ ਰੂਲ ਆ। ਸੋ ਸਭ ਤੋਂ ਪਹਿਲਾਂ ਇਸ ਇੰਡਸਟਰੀ ਨੂੰ ਸਮਝੋ। ਇਸ ਇੰਡਸਟਰੀ ਬੇਸਿਕਲੀ 3 ਹਿੱਸੇ ਨੇ। ਔਰ ਸਭ ਤੋਂ ਪਹਿਲਾ ਲੋਕ ਆ ਕਿ ਸਾਡੇ ਵਰਗੇ ਲੋਕ ਨੇ ਜਿਹੜੇ ਆਫਿਸਿਸ ਖੋਲ੍ਹੇ ਆ, ਮਾਨ ਸਨਮਾਨ ਨਾਲ ਬੈਠੇ ਆ, ਔਰ ਅਸੀਂ ਇਹ ਹਮੇਸ਼ਾ ਤਾਕੀਦ ਕਰਦੇ ਹਾਂ ਕਿ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਸ ਵੀ ਇਸੇ ਕੰਮ 'ਚ ਹੀ ਕੰਮ ਕਰਨ। ਜਿੱਦਾਂ ਅਸੀਂ ਹਰ ਬੰਦਾ ਚਾਹੁੰਦਾ ਕਿ ਮੇਰਾ ਪੁੱਤਰ ਮੇਰੇ ਤੋਂ ਗਾਂਹ ਜਾਵੇ, ਸੋ ਅਸੀਂ ਵੀ ਐਗਜ਼ੈਕਟਲੀ ਇਹ ਚਾਹੁੰਦੇ ਹਾਂ ਕਿ ਯੈਸ ਇਸ ਟ੍ਰੇਡ ਦੇ ਵਿੱਚ ਅਸੀਂ ਰਹੀਏ ਔਰ ਸਾਡੀਆਂ ਗਾਂਹ ਜਨਰੇਸ਼ਨਸ ਵੀ ਇਸੇ ਕੰਮ 'ਚ ਰਹਿਣ। ਦੂਸਰੇ ਲੋਕ ਨੇ ਜਿਹੜੇ ਬੇਸਿਕਲੀ ਫਾਈਨਾਂਸਰਸ ਨੇ। ਉਹ ਤੁਸੀਂ ਬਹੁਤ ਸਾਰੀਆਂ ਅਖਬਾਰਾਂ 'ਚ ਐਡ ਵੇਖਦੇ ਹੋ ਕਈ ਵਾਰੀ ਕਿ ਕੈਨੇਡਾ ਵਰਕ ਪਰਮਿਟ 'ਤੇ ਜਾਓ, ਪੈਸੇ ਤਨਖਾਹ 'ਚੋਂ ਕਟਾ ਲਿਓ, ਮਸਾਂ ਹੀ 2-2.5 ਲੱਖ ਰੁਪਈਆ ਤੁਹਾਡਾ ਲੱਗਣਾ ਔਰ ਲਾਗਤ ਵੀ ਕੁਛ ਨਹੀਂ। ਸੋ ਇਹੋ ਜਿਹੀਆਂ ਤੁਸੀਂ ਬਹੁਤ ਸਾਰੀਆਂ ਕਮਰਸ਼ੀਅਲਸ ਵੇਖਦੇ ਹੋ। ਅਸਲ 'ਚ ਇਹ ਫਾਈਨਾਂਸਰਸ ਦਾ ਕੰਮ ਆ। ਉਹ ਕੀ ਕਰਦੇ ਨੇ ਕਿ ਤੁਹਾਡੇ ਕੋਲੋਂ ਕੁਛ ਨਾ ਕੁਛ ਕਹਿ ਕੇ, ਕਦੀ ਤੁਹਾਡੇ ਕੋਲ ਆਫਰ ਲੈਟਰ ਦੇ ਨਾਮ 'ਤੇ, ਕਦੀ ਤੁਹਾਡੇ ਮੈਡੀਕਲ ਦੇ ਨਾਮ 'ਤੇ, ਕਦੀ ਬਾਹਰਲੇ ਵਕੀਲ ਦੀ ਫੀਸ ਦੇ ਨਾਮ 'ਤੇ। ਸੋ ਉਹਨਾਂ ਨੇ 2-2.5 ਲੱਖ ਰੁਪਈਆ ਲੈ ਲੈਣਾ ਆ। ਔਰ ਤੁਸੀਂ ਕਹਿਣਾ ਵੀ ਚੱਲ ਠੀਕ ਆ, ਕੋਈ ਗੱਲ ਨਹੀਂ, ਵੀ 2-2.5 ਲੱਖ ਰੁਪਈਆ ਦੇ ਵੀ ਦਿੱਤਾ ਤਾਂ ਮਸਲਾ ਕੋਈ ਨਹੀਂ। ਔਰ 2-2.5 ਲੱਖ ਰੁਪਇਆ ਉਹਨਾਂ ਨੇ ਲੈ ਕੇ ਫਾਈਨਾਂਸ ਦਾ ਕੰਮ ਸ਼ੁਰੂ ਕੀਤਾ ਹੋਇਆ, ਕਿਉਂਕਿ ਉੱਦਾਂ ਤੁਸੀਂ ਵਿਆਜ ਮੰਗਣਾ ਸੀ, ਰਾਈਟ। ਔਰ ਫਿਰ ਤੁਹਾਨੂੰ ਸਾਲ 1.5 ਸਾਲ ਬਾਅਦ ਜਾਂ ਜਦੋਂ ਤੁਸੀਂ ਬਹੁਤ ਜ਼ਿਆਦਾ ਹਾਵੀ ਹੁੰਦੇ ਹੋ ਤੈਨੂੰ ਮੋੜ ਵੀ ਦਿੰਦੇ ਆ। ਸੋ ਤੁਸੀਂ ਕਹਿੰਦੇ ਯਾਰ ਕੰਮ ਨਹੀਂ ਬਣਿਆ, ਪਰ ਏਜੰਟ ਚੰਗਾ ਸੀ, ਉਹਨੇ ਨਾ ਪੈਸੇ ਮੋੜਤੇ। ਸੋ ਨੋ ਕੰਪਲੇਂਟਸ, ਬਿਕੋਜ਼ ਸਾਡਾ ਬਹੁਤ ਜ਼ਿਆਦਾ ਇਸ ਤੋਂ ਅੱਗੇ ਦਿਮਾਗ ਚੱਲਦਾ ਨਹੀਂ ਆ। ਸੋ ਦੂਸਰੇ ਫਾਈਨਾਂਸਰਸ ਨੇ। ਸੋ ਤੀਸਰਾ ਹੈਗਾ, ਉਹਨੂੰ ਮਾਫੀਆ ਕਿਹਾ ਜਾਂਦਾ। ਮਾਫੀਆ ਹੈ ਕਿ ਜਿਹੜਾ ਬਾਰਡਰਸ ਕ੍ਰੋਸਿੰਗ ਆ, ਵੀ ਤੁਸੀਂ ਆਹ ਬਾਰਡਰ ਟੱਪਿਆ, ਦੂਜੇ ਇੱਥੋਂ ਬਾਰਡਰ ਟੱਪਿਆ, ਤੀਜੇ। ਸੋ ਉਹ ਮੈਪ ਦਿਖਾਉਂਦੇ ਨੇ ਤੁਹਾਨੂੰ, ਵਰਲਡ ਦੇ ਮੈਪ ਦੇ ਉੱਪਰ ਤੁਹਾਨੂੰ ਰਸਤਾ ਦਿਖਾਉਂਦੇ, ਇੱਥੋਂ ਆਪਾਂ ਇੱਥੇ ਜਾਣਾ, ਇੱਥੇ ਜਾਣਾ, ਇੱਥੇ ਜਾਣਾ, ਤੇ ਇੱਥੇ ਅਖੀਰ ਪਹੁੰਚ ਜਾਣਾ ਹੈ। ਸੋ ਉਹ ਮਾਫੀਆ ਆ। ਮਾਫੀਆ ਹਰ ਧੰਦੇ 'ਚ ਆ। ਸੋ ਡਾਕਟਰਸ ਦੇ ਵਿੱਚ ਹੈਗਾ, ਮੀਡੀਆ ਦੇ ਵਿੱਚ ਹੈਗਾ, ਸੋ ਤੁਸੀਂ ਪੋਲੀਟੀਸ਼ੀਅਨਸ ਦੇ ਵਿੱਚ ਹੈਗਾ, ਐਜੂਕੇਸ਼ਨ 'ਚ ਹੈਗਾ। ਸੋ ਮਾਫੀਆ ਨਾਮ ਹੀ ਮਾਫੀਆ ਆ। ਡਰੱਗ ਮਾਫੀਆ ਆ, ਲਾਈਕ ਦਾਰੂ ਮਾਫੀਆ ਆ। ਸੋ ਮਾਫੀਆ ਦਾ ਕੰਮ ਹੈਗਾ ਕਿ ਜਿਨ੍ਹਾਂ ਨੇ ਕੰਮ ਹੀ ਪੁੱਠਾ ਕਰਨਾ ਆ। ਸੋ ਸਾਡੀ ਪੂਰੀ ਕੌਮ ਦੀ ਜਾਂ ਸਾਡੇ ਪੂਰੇ ਸੰਦਰਭ ਦੇ ਵਿੱਚ ਸਾਡੀ ਪੂਰੀ ਸੁਸਾਇਟੀ ਦੀ ਜਿਹੜੀ ਸਮਝ ਹੈ ਉਹ ਇਹ ਆ ਕਿ ਉਹ ਤਿੰਨਾਂ ਨੂੰ ਇੱਕੋ ਸਮਝਦੀ ਹੈ। ਸੋ ਸਾਨੂੰ ਇਹਦਾ ਇੰਟੈਲੈਕਚੁਅਲ ਲੈਵਲ, ਸਾਨੂੰ ਇਹਦਾ ਦੂਸਰਾ ਤਰੀਕਾ ਪਤਾ ਹੀ ਨਹੀਂ ਹੈ। ਸੋ ਜੇ ਤੈਨੂੰ ਸਮਝ ਹੋਏਗੀ ਤੇ ਫਿਰ ਤੁਸੀਂ ਕਿਸੇ ਪਾਸੇ ਵੀ ਜਾ ਸਕੋਗੇ। ਹੁਣ ਤੁਸੀਂ ਪੁੱਛਿਆ ਸੀਗਾ ਕਿ ਬਾਹਰ ਜਾ ਕੇ ਕੰਮ ਲਈ ਜੀ ਕਿਵੇਂ ਆਪਣਾ ਵਰਕ ਪਰਮਿਟ ਖੁਦ ਅਸੀਂ ਲੈ ਸਕਦੇ ਹਾਂ, ਕਿਵੇਂ ਅਪਲਾਈ ਕਰ ਸਕਦੇ ਹਾਂ? ਵਰਕ ਪਰਮਿਟ ਬੇਸਿਕਲੀ ਕੈਨੇਡਾ 'ਚ ਹੁੰਦੇ ਜ਼ਰੂਰ ਨੇ, ਪਰ ਜਿੱਦਾਂ ਤੁਹਾਨੂੰ ਦੱਸਿਆ ਜਾਂਦਾ ਜੀ ਉਹ ਕੋਕਾ ਕੋਲਾ ਕੰਪਨੀ ਦੇ ਵਿੱਚ ਨੌਕਰੀ ਆ ਗਈ, ਇਸ ਤਰੀਕੇ ਨਾਲ ਨਹੀਂ ਨਿਕਲਦੀਆਂ ਜੌਬਸ। ਸੋ ਜੌਬਸ ਬੇਸਿਕਲੀ ਸਾਡੇ ਹੀ ਲੋਕ ਨੇ, ਸਾਡੇ ਲੋਕ ਹੀ ਜੌਬਸ ਵੇਚਦੇ ਆ।
ਸੋ ਅਗਰ ਤੁਹਾਡਾ ਕੋਈ ਸਗਾ ਸੰਬੰਧੀ ਹੈਗਾ ਉੱਥੇ ਤੇ ਤੁਸੀਂ ਨਹੀਂ ਜਾਣੋ ਰਹਿੰਦੇ, ਸਧਾਰਨ ਜੀ ਗੱਲ ਆ ਵੀ ਉਹਨਾਂ ਕਿਸੇ ਨਾ ਕਿਸੇ ਪਾਸੇ ਤੈਨੂੰ ਕੁਕਿੰਗ 'ਚ ਲੈ ਜਾਣਾ, ਡਰਾਈਵਿੰਗ 'ਚ ਲੈ ਜਾਣਾ, ਨਹੀਂ ਤਾਂ ਹੋਰ ਕਿਸੇ ਨੈਨੀ ਕੇਅਰ ਗਿਵਰ 'ਚ ਲੈ ਜਾਣਾ। ਸੋ ਕਿਸੇ ਨਾ ਕਿਸੇ ਰੂਪ 'ਚ ਕੋਈ ਨਾ ਕੋਈ ਸਕੀਮ ਲਗਾ ਹੀ ਲੈਣੀ ਆ, ਰਾਈਟ। ਸੋ ਪਰਮਿਟ ਚਲੇ ਜਾਓਗੇ। ਬਟ ਜਿਹੜਾ ਆਮ ਬੰਦਾ ਆ ਜਿਹਦਾ ਕੋਈ ਉੱਥੇ ਨਹੀਂ ਕੋਈ ਹੈਗਾ, ਉਹ ਹਮੇਸ਼ਾ ਫਸਿਆ ਰਹਿੰਦਾ ਇਸ ਕੰਮ 'ਚ, ਉਹ ਕੀ ਕਰੇ? ਸੋ ਉਹਦੇ ਲਈ ਅਗਰ ਤੁਸੀਂ ਆਪਣੀ ਥੋੜ੍ਹੀ ਬਹੁਤ ਲਿਆਕਤ ਰੱਖਦੇ ਹੋ, ਥੋੜ੍ਹੀ ਬਹੁਤ ਸਮਝ ਰੱਖਦੇ ਹੋ, ਸੋ ਸਰਕਾਰੀ ਸਾਈਟ ਆ jobbank.gc.ca। ਸੋ ਜੌਬ ਬੈਂਕ ਬੇਸਿਕਲੀ ਇੱਕ ਸਰਕਾਰੀ ਸਾਈਟ ਆ ਜਿਹਦੇ ਉੱਪਰ ਅਗਰ ਤੁਸੀਂ ਕੋਈ ਨੌਕਰੀ ਪਬਲਿਸ਼ ਕਰਨੀ ਆ, ਸੋ ਤੁਸੀਂ ਸਪੋਜ਼ ਕਰੋ ਕਿ ਆਪਣੇ ਚਾਚੇ ਤਾਏ ਦੇ ਕਿਸੇ ਬੱਚੇ ਨੂੰ ਬੁਲਾਉਣਾ ਹੈ, ਤੁਸੀਂ ਕੀ ਕਰਦੇ ਹੋ? ਸਰਕਾਰ ਦੇ ਅੱਖਾਂ ਹੀ ਘੱਟਾ ਪਾਉਣ ਨੂੰ। ਸੋ ਪਰ ਤਰੀਕਾ ਕੀ, ਮੈਂ ਤੁਹਾਨੂੰ ਉਹਦਾ ਪ੍ਰੋਸੈਸ ਦੱਸਦਾ ਹਾਂ। ਸੋ ਸਭ ਤੋਂ ਪਹਿਲਾਂ ਤੁਸੀਂ ਕਹਿੰਦੇ ਜੀ ਮੇਰੇ ਕੋਲ ਜੌਬ ਆ, ਮੈਂ ਬਾਹਰੋਂ ਬੰਦਾ ਹਾਇਰ ਕਰਨਾ, ਪਰ ਤਰੀਕਾ ਕੀ ਆ? ਸੋ ਤੁਸੀਂ ਸਰਕਾਰ ਕੋਲ ਜਾਂਦੇ ਹੋ ਜੀ ਮੈਨੂੰ ਇਸ ਜੌਬ ਤੇ ਬੰਦਾ ਚਾਹੀਦਾ। ਸੋ ਗਵਰਨਮੈਂਟ ਕਹਿੰਦੀ ਕਿ ਸਾਡੇ ਕੋਲ ਹਜ਼ਾਰਾਂ ਇੱਥੇ ਅਨਇੰਪਲੋਇਡ ਲੋਕ ਬੈਠੇ ਆ, ਸੋ ਪਬਲਿਸ਼ ਕਰੋ ਕਿਤੇ ਨਾ ਕਿਤੇ। ਸੋ ਤੁਸੀਂ ਐਡਵਰਟਾਈਜ਼ ਕਰੋ, ਕਿਤੇ ਨਾ ਕਿਤੇ ਮਸ਼ਹੂਰੀ ਦਿਓ, ਤੁਹਾਡੇ ਕੋਲ ਬੰਦੇ ਆ ਜਾਣਗੇ। ਨਹੀਂ ਤਾਂ ਸਰਕਾਰੀ ਖਾਤੇ 'ਚ ਪਾ ਦਿਓ, ਠੀਕ ਆ, ਉੱਥੋਂ ਬਹੁਤ ਸਾਰੇ ਲੋਕ ਵੇਖ ਲੈਣਗੇ। ਸੋ ਨਾਰਮਲੀ ਇੰਪਲੋਇਰ ਕੀ ਕਰਦੇ ਆ, ਉਹਨੂੰ ਪਬਲਿਸ਼ ਕਰਦੇ ਆ ਔਰ ਉਹਨਾਂ ਦੇ ਕੋਲ ਇਨਕੁਆਇਰੀਜ਼ ਆਉਂਦੀਆਂ। ਪਰ ਕਿਉਂਕਿ ਮੈਂ ਸੱਦਣਾ ਤਾਂ ਮਾਸੀ ਦਾ ਪੁੱਤ ਆ, ਸੋ ਮੈਂ ਕੀ ਕਰਨਾ ਕਿ ਮੇਰੇ ਕੋਲ ਜਿੰਨੀਆਂ ਇਨਕੁਆਇਰੀਜ਼ ਸੀਗੀਆਂ ਮੈਂ ਸਭ ਉਡਾ ਦੇਣੀਆਂ। ਤੂੰ ਇੰਟਰਵਿਊ ਕੋਈ ਨਹੀਂ, ਤੂੰ ਫਿੱਟ ਨਹੀਂ ਬੈਠਦਾ, ਨਹੀਂ ਤੂੰ ਮੇਰੇ ਲਈ ਕੈਬ ਨਹੀਂ ਹੁੰਦਾ, ਨਹੀਂ ਤੇਰਾ ਐਪਲੀਕੇਸ਼ਨ ਨਹੀਂ ਪ੍ਰੋਪਰ ਲੱਗਦੀ। ਸੋ ਸਾਰੇ ਡਾਤੇ ਦੈਨ ਫਿਰ ਮੈਂ ਐਪਲੀਕੇਸ਼ਨ ਸਰਕਾਰ ਕੋ ਕਰਦਾ ਕਿ ਮੈਨੂੰ ਜੀ ਲੋਕਲ ਮਾਰਕੀਟ 'ਚ ਮੈਂ ਲੱਭਿਆ, ਪਰ ਮੈਨੂੰ ਇਹ ਸਪੈਸੀਫਿਕ ਬੰਦਾ ਲੱਭਿਆ ਨਹੀਂ। ਸੋ ਗਵਰਨਮੈਂਟ ਪੁੱਛਦੀ ਵੀ ਇੱਦਾਂ ਦਾ ਕੀ ਚਾਹੀਦਾ, ਜਾਂ ਉਸ ਸਕਿੱਲ ਦੀ ਸ਼ਾਰਟੇਜ ਆ, ਜਿੱਦਾਂ ਖੇਤੀਬਾੜੀ ਵਾਲੇ ਲੋਕਾਂ ਦੀ ਕਮੀ ਆ, ਡਰਾਈਵਰਸ ਦੀ ਕਮੀ ਆ, ਜਾਂ ਸਕਿੱਲ ਸ਼ਾਰਟੇਜ ਹੋ ਗਈ, ਜਾਂ ਮੈਂ ਖੁਦ ਕ੍ਰੀਏਟ ਕਰ ਲਿਆ ਕੁਛ ਨਾ ਕੁਛ ਕਿ ਉਹ ਜੀ ਕੁੱਕ ਤਾਂ ਚੰਗਾ ਸੀ, ਪਰ ਨਾ ਸਾਨੂੰ ਉਹ ਕੁੱਕ ਚਾਹੀਦਾ ਜਿਹਨੂੰ ਨਾ ਤੌੜੀ 'ਚ ਸਾਗ ਬਣਾਉਣਾ ਆਉਂਦਾ ਹੋਵੇ, ਤੇ ਸਾਨੂੰ ਉਹ ਵਾਲੀ ਸਪੈਸ਼ਲਿਟੀ ਨਹੀਂ ਇੱਥੇ ਲੱਭੀ। ਸੋ ਗਵਰਨਮੈਂਟ ਸੇਜ਼ ਕਿ ਓਕੇ ਵੀ ਕਾਂਟ ਡੂ ਐਨੀਥਿੰਗ, ਅਗਰ ਤੈਨੂੰ ਨਹੀਂ ਲੱਭੀ ਤਾਂ ਮਤਲਬ ਗੋ ਐਂਡ ਫਾਈਂਡ ਯੂਰਸੈਲਫ। ਸੋ ਦੈਨ ਮੈਂ ਬਿਕੋਜ਼ ਮੇਰੇ ਕੰਮਕਾਰ ਨੂੰ ਬਚਾਉਣਾ ਵੀ ਸਰਕਾਰ ਦਾ ਕੰਮ ਹੈ। ਸੋ ਇਸ ਕਰਕੇ ਮੈਨੂੰ ਇਹਦੀ ਖੁੱਲ੍ਹ ਮਿਲ ਜਾਂਦੀ ਕਿ ਅਗਰ ਤੁਹਾਡੇ ਕੋਲ ਇੱਥੋਂ ਨਹੀਂ ਲੱਭਾ ਤਾਂ ਤੁਸੀਂ ਬਾਹਰੋਂ ਕਿਤੇ ਵੀ ਲੈ ਸਕਦੇ ਹੋ। ਸੋ ਉਹਨਾਂ ਨੂੰ LMIA ਬੋਲਦੇ ਆ ਜਾਂ ਉਹਨਾਂ ਨੂੰ ਵਰਕ ਪਰਮਿਟਸ ਬੋਲਦੇ ਆ। ਸੋ LMIA ਇਸ਼ੂ ਕਰਨ ਲਈ ਤੁਸੀਂ ਸਭ ਤੋਂ ਪਹਿਲਾਂ ਜੌਬ ਬੈਂਕ ਦੇ ਉੱਪਰ ਜਾ ਕੇ ਰਜਿਸਟਰ ਕਰ ਦਿਓ ਐਜ਼ ਏ ਇੰਪਲੋਇਰ। ਸੋ ਜਿੰਨੇ ਵੀ ਕਿਸੇ ਨੇ ਵਰਕ ਪਰਮਿਟ ਕੈਨੇਡਾ 'ਚ ਦੇਣਾ ਆ, ਉਹ jobbank.gc.ca ਸਰਕਾਰੀ ਸਾਈਟ ਆ, ਇਹਦੇ ਉੱਪਰ ਜਾ ਕੇ ਪਬਲਿਸ਼ ਕਰੇਗਾ। ਹੁਣ ਬੀ ਯੂਰ ਓਨ ਏਜੰਟ, ਤੁਸੀਂ ਆਪਣੇ ਏਜੰਟ ਖੁਦ ਕਿੱਦਾਂ ਬਣ ਸਕਦੇ ਹੋ ਜਾਂ ਖੁਦ ਆਪਣੀ ਐਪਲੀਕੇਸ਼ਨ ਕਿੱਦਾਂ ਲਾ ਸਕਦੇ ਹੋ। ਸੋ ਤੁਸੀਂ ਐਜ਼ ਏ ਕੈਂਡੀਡੇਟ ਇਸ ਪ੍ਰੋਫਾਈਲ ਦੇ ਉੱਪਰ ਜਾਂ ਇਸ ਸਾਈਟ ਦੇ ਉੱਪਰ ਆਪਣੇ ਆਪ ਨੂੰ ਰਜਿਸਟਰ ਕਰਨਾ ਹੈ। ਸੋ ਤੁਸੀਂ ਜਦੋਂ ਰਜਿਸਟਰ ਕਰੋਗੇ, ਤੁਸੀਂ ਜਿਹੜੀ ਕੈਟਾਗਰੀ ਚੂਜ਼ ਕਰੋਗੇ ਤੁਹਾਨੂੰ ਉਹ 'ਚ ਹਜ਼ਾਰਾਂ ਹੀ ਇੰਪਲੋਇਰ ਦਿਸਣਗੇ, ਔਰ ਤੁਸੀਂ ਹਰ ਇੱਕ ਇੰਪਲੋਇਰ ਨੂੰ ਵਾਇਆ ਈਮੇਲ ਤੁਸੀਂ ਐਪਲੀਕੇਸ਼ਨ ਪਾ ਸਕਦੇ ਹੋ। ਸੋ ਜਸਟ ਕਲਿੱਕ ਵਨ ਈਮੇਲ, ਤੁਹਾਡੀ ਈਮੇਲ ਉੱਥੇ ਐਪਲੀਕੇਸ਼ਨ ਦੀ ਚੱਲ ਗਈ, ਔਰ ਤੁਹਾਡੀ ਪ੍ਰੋਫਾਈਲ ਲੌਗਇਨ ਦੇ ਉੱਪਰ ਤੁਹਾਨੂੰ ਕੱਲੇ ਕੋਈ ਕਿੱਥੇ ਐਪਲੀਕੇਸ਼ਨ ਆਈ, ਅਗਰ ਕੋਈ ਨਵਾਂ ਇੰਪਲੋਇਰ ਆਇਆ ਜਾਂ ਕਿਤੇ ਕੋਲ ਗਈ, ਤੁਹਾਨੂੰ ਸਾਰਾ ਕੁਝ ਦਿਸਦਾ ਆ। ਸੋ ਇਹ ਯਕੀਨ ਮੰਨੋ ਕਿ ਉਹਦੇ ਉੱਪਰ 90% ਬੰਦੇ ਫੇਕ ਨੇ। ਫੇਕ ਮਤਲਬ ਕਿ ਜਿਨ੍ਹਾਂ ਨੇ ਸੱਦਣਾ ਮਾਸੀ ਦਾ ਪੋਤੀ ਆ, ਪਰ ਸਟਿਲ ਗੋਰੇ ਨਾਰਮਲੀ ਜੌਬਸ ਸੈੱਲ ਨਹੀਂ ਕਰਦੇ। ਸੋ ਸਟਿਲ 10-15% ਲੋਕ ਇਦਾਂ ਦੇ ਹੈਗੇ ਆ ਜਿਹੜੀਆਂ ਉੱਥੇ ਜੌਬਸ ਤੈਨੂੰ ਐਕਚੁਅਲ ਜੌਬਸ ਹੋ ਸਕਦੀਆਂ। ਸੋ ਤੁਹਾਡਾ ਅਲੱਗ ਪ੍ਰੋਫਾਈਲ ਹੈ, ਨਾਰਮਲ ਪ੍ਰੋਫਾਈਲ, ਅਸੀਂ ਲੇਬਰ ਜੌਬਸ ਦੀ ਗੱਲ ਨਹੀਂ ਕਰਦੇ। ਸੋ ਤੇ ਤੁਸੀਂ ਟੈਲੀਕਾਮ 'ਚ ਕੰਮ ਕੀਤਾ ਹੈ ਕਿਤੇ, ਸੋ ਉੱਥੇ ਕਿਆ ਟੈਲੀਕਾਮ ਕੰਪਨੀ ਨੂੰ ਲੋਕਲ ਇੰਪਲੋਇਰ ਨਹੀਂ ਮਿਲ ਰਿਹਾ, ਰਾਈਟ। ਸੋ ਹੋ ਸਕਦਾ ਤੁਹਾਡੀ ਖੁਦ ਦੀ ਐਪਲੀਕੇਸ਼ਨ ਲਈ ਉਸ ਕੰਪਨੀ ਨੂੰ ਦੱਸੇ ਕਿ ਯੈਸ ਇੱਕ ਚੰਗਾ ਇੰਪਲੋਈ ਸਾਨੂੰ ਮਿਲ ਸਕਦਾ ਹੈ। ਸੋ ਤੈਨੂੰ ਇੰਟਰਵਿਊ ਕਰਦੇ, ਸ਼ਾਰਟ ਲਿਸਟ ਕਰਦੇ, ਸੋ ਉੱਥੇ ਐਪਲੀਕੇਸ਼ਨਸ ਪਾਈ ਜਾਣੀਆਂ, ਰਾਈਟ, ਔਰ ਬਿਨਾਂ ਸੋਚੇ ਇਹ ਪਾਈ ਜਾਣੀਆਂ। ਸੋ ਔਰ ਉੱਥੇ ਜਦੋਂ ਤੁਸੀਂ ਜਨਰਲੀ ਵਰਕ ਪਰਮਿਟ ਬਾਏ ਕਰੋਗੇ, ਉਹਦੇ ਵਿੱਚ 1 2 3 4 5 ਇਹਦਾ ਏਜੰਟਸ ਦੀ ਲਾਈਨ ਹੋਏਗੀ ਕਿ ਦੇਣੀ ਕਿਸੇ ਨੇ ਜੌਬ, ਉਹਦੇ ਅੱਗੇ ਉਹਨੇ ਕਿਸੇ ਹੋਰ ਨੂੰ ਪਬਲਿਸ਼ ਕੀਤੀ, ਗਾਂ ਕਿਸੇ ਹੋਰ ਕੋ ਗਈ, ਗਾਂ ਇੱਥੋਂ ਆਈ, ਇੱਥੇ ਪੰਜਾਬ 'ਚ ਤੁਸੀਂ ਮੇਰੇ ਵਰਗਾ ਕੋਈ ਲੱਭਿਆ, ਮੇਰੇ ਵਰਗੇ ਨੇ ਗਾਂ ਕੋਈ ਗਾਂ ਪਿੰਡ 'ਚੋਂ ਲੱਭਿਆ। ਸੋ ਇਹ ਇੱਕ ਚੇਨ ਹੈ। ਸੋ ਇਸ ਕੜੀ ਦੇ ਵਿੱਚ ਕੀ ਹੋਊਗਾ, ਤੁਸੀਂ ਡਾਇਰੈਕਟ ਜਿਹੜਾ ਇੰਪਲੋਈ ਆ ਜਿਹਨੇ ਹੋਣਾ ਆ, ਉਹ ਡਾਇਰੈਕਟ ਇੰਪਲੋਇਰ ਦੇ ਨਾਲ ਕੰਟੈਕਟ ਵਿੱਚ ਆ। ਸੋ ਆ ਵਿਚਲਾ ਸਾਰਾ ਹੀ ਖਤਮ ਹੈ ਸਟੋਰੀ ਇਹਦੀ। ਸੋ ਤੁਸੀਂ ਯੈਸ ਵਿਚੋਲੀਏ ਚੰਗਾ ਅੱਖਰ ਬਣਿਆ ਪਿਆ ਅੱਜ। ਸੋ ਵਿੱਚੋਂ ਸਾਰੇ ਗਾਇਬ ਨੇ। ਸੋ ਤੁਹਾਡੀ ਐਪਲੀਕੇਸ਼ਨ ਡਾਇਰੈਕਟ ਇੰਪਲੋਇਰ ਦੇ ਕੋਲ ਆ। ਸੋ ਇੰਪਲੋਇਰ ਦੇ ਕੋਲ ਅਗਰ ਤੁਹਾਡਾ ਪ੍ਰੋਫਾਈਲ ਫਿੱਟ ਬਣਦਾ ਆ, ਸੋ ਤੁਸੀਂ ਖੁਦ ਆਪਣਾ ਏਜੰਟ ਬਣ ਕੇ ਖੁਦ ਆਪਣਾ ਪ੍ਰੋਫਾਈਲ ਉੱਥੇ ਸਿਲੈਕਟ ਕਰਵਾ ਕੇ ਆਪਣੀ ਐਪਲੀਕੇਸ਼ਨ ਲਾ ਸਕਦੇ ਹੋ। ਸਟਿਲ ਇਹਦੇ 'ਚ ਕੋਈ ਨਹੀਂ ਸਮਝ ਲੱਗੇ, ਤੁਸੀਂ ਮੇਰੇ ਨਾਲ ਗੱਲਬਾਤ ਕਰਕੇ ਮੈਨੂੰ ਪੁੱਛ ਸਕਦੇ ਹੋ, ਜਾਂ ਇਹਦੇ ਇਸ ਸ਼ੋਅ ਦੇ ਮਾਧਿਅਮ ਤੁਸੀਂ ਥੱਲੇ ਜਿੰਨੇ ਮਰਜ਼ੀ ਤੁਸੀਂ ਕਮੈਂਟ ਕਰਕੇ ਸਾਨੂੰ ਪਾ ਲਓਗੇ ਤਾਂ ਅਸੀਂ ਤੁਹਾਨੂੰ ਤਾਂ ਵੀ ਜਵਾਬ ਦੇ ਦਾਂਗੇ ਕਿ ਕਿਸ ਤਰੀਕੇ ਨਾਲ ਤੁਸੀਂ ਐਪਲੀਕੇਸ਼ਨ ਪਾਓ। ਸੋ ਡੂ ਇਟ ਵੈਰੀ ਪ੍ਰੋਫੈਸ਼ਨਲੀ। ਆਪਣਾ ਸੋਹਣਾ ਜਿਹਾ ਰਿਜ਼ਿਊਮੇ, ਸੋਹਣਾ ਜਿਹਾ ਪ੍ਰੋਫਾਈਲ ਕ੍ਰੀਏਟ ਕਰੋ, ਬਣਾਓ। ਆਪਣੇ ਕੋ ਨਹੀਂ ਕਰ ਹੁੰਦਾ, ਪ੍ਰੋਫੈਸ਼ਨਲੀ ਕਿਸੇ ਕੋ ਬਣਵਾ ਲਓ।
ਸੋ ਇਟ ਡਸਨਟ ਕਾਸਟ ਮਚ, ਕੋਈ ਖਾਸ ਮਸਲਾ ਨਹੀਂ, ਬਟ ਇਹ ਪ੍ਰੈਜੈਂਟੇਸ਼ਨ ਵਿੱਚ ਚੰਗਾ ਹੋਵੇ। ਸੋ ਇਹ ਤੁਹਾਡੀ ਐਪਲੀਕੇਸ਼ਨ ਡਾਇਰੈਕਟ ਇੰਪਲੋਇਰਸ ਦੇ ਕੋਲ ਆ। ਅਗਰ ਤੁਹਾਡਾ ਪ੍ਰੋਫਾਈਲ ਥੋੜਾ ਬਹੁਤ ਬਿਹਤਰ ਹੈ, ਤੁਹਾਨੂੰ ਲੱਗਦਾ ਹੈ, ਸੋ ਤੁਸੀਂ ਨਾਰਮਲ PR ਜਾਂ ਜਦੋਂ ਵੀ ਪਾਉਂਦੇ ਹੋ ਉਦੋਂ ਵੀ ਤੁਹਾਨੂੰ ਜੌਬ ਆਫਰਸ ਚਾਹੀਦੀਆਂ ਨੇ। ਸੋ ਜੌਬ ਆਫਰ ਕੈਨੇਡਾ ਲਈ ਕਾਫੀ ਅਹਿਮ ਆ। ਸੋ ਅਗਰ ਆਪਣਾ ਪ੍ਰੋਫਾਈਲ ਖੁਦ ਹੈਂਡਲ ਕਰ ਸਕਦੇ ਹੋ, ਬਿਕੋਜ਼ ਤੁਹਾਡੇ ਲਈ ਕਿਸੇ ਨੇ ਕੰਮ ਕਰਨਾ, ਇੱਥੇ ਤੁਸੀਂ ਖੁਦ ਲਈ ਕੰਮ ਕਰਨਾ ਹੈ। ਸੋ ਆਪਣੇ ਏਜੰਟ ਖੁਦ ਬਣ ਸਕਦੇ ਹੋ, ਆਪਣੀ ਐਪਲੀਕੇਸ਼ਨ ਖੁਦ ਪਾ ਸਕਦੇ ਹੋ ਔਰ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕਰ ਸਕਦੇ ਹੋ। ਵਾਕਈ ਜੀ ਬੜੀ ਖੂਬਸੂਰਤੀ ਦੇ ਨਾਲ ਐਂਡ ਇਨ ਡਿਟੇਲ ਅਰਵਿੰਦਰਪਾਲ ਜੀ ਨੇ ਦੱਸਿਆ ਕਿ ਤੁਸੀਂ ਕਿਵੇਂ ਆਪਣੇ ਏਜੰਟ ਖੁਦ ਬਣ ਸਕਦੇ ਹੋ। ਸੋ ਜਿਹੜਾ ਤੁਹਾਡੇ ਕੋਈ ਕੁਇਰੀਜ਼ ਨੇ, ਜਿਹੜੇ ਸਵਾਲ ਨੇ, ਤੁਸੀਂ ਅਰਵਿੰਦਰਪਾਲ ਜੀ ਤੋਂ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ। ਇਸ ਤੋਂ ਇਲਾਵਾ ਜੇਕਰ ਕਿਸੇ ਹੋਰ ਕੰਟਰੀ ਬਾਰੇ ਜਾਣਕਾਰੀ ਲੈਣੀ ਹੈ ਸਾਡੇ ਮਾਹਰ ਤੋਂ, ਤੁਸੀਂ ਉਹ ਵੀ ਲਿਖ ਸਕਦੇ ਹੋ ਕਿ ਹਾਂ ਵੀ ਸਰ ਸਾਨੂੰ ਇਸ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਦਿਓ, ਤੇ ਅਗਲੇ ਪ੍ਰੋਗਰਾਮ ਵਿੱਚ ਅਸੀਂ ਉਸ ਬਾਰੇ ਗੱਲਬਾਤ ਕਰਾਂਗੇ। ਸੋ ਅਰਵਿੰਦਰਪਾਲ ਜੀ, ਆਹ ਗੱਲਬਾਤ ਹੋ ਗਈ ਸਾਡੇ ਆਪਣੇ ਇਮੀਗ੍ਰੇਸ਼ਨ ਦੇ ਬਾਰੇ। ਸੋ ਮੈਂ ਕਹਿੰਦਾ ਹੁਣ ਜਿਹੜਾ ਸਾਡਾ NRI ਭਰਾ ਨੇ ਉਹ ਇਸ ਟਾਈਮ ਖੇਤੀਬਾੜੀ ਬਿੱਲ ਨੂੰ ਲੈ ਕੇ ਕਾਫੀ ਸਰਗਰਮ ਨੇ। ਸੋ ਥੋੜੀ ਗੱਲ ਉਹਦੇ ਬਾਰੇ ਵੀ ਗੱਲ ਕਰ ਲਈਏ। ਹਰ ਇੱਕ ਮੁਲਕ ਦੇ ਵਿੱਚ ਜਿੱਥੇ ਪੰਜਾਬੀ ਭਾਈਚਾਰਾ ਵਸਦਾ ਹੈ, ਜਿਹੜਾ ਲੋਕਤੰਤਰ ਨੂੰ ਪਿਆਰ ਕਰਦਾ ਹੈ, ਉਸ ਵਕਤ ਆਪਣੇ ਆਪਣੇ ਥਾਵਾਂ ਤੇ ਬੈਠ ਕੇ ਜਿਹੜਾ ਕਿਸਾਨੀ ਸੰਘਰਸ਼ ਹੈ ਉਹਦੀ ਹਮਾਇਤ ਕਰ ਰਿਹਾ, ਉਸ ਦੀ ਆਵਾਜ਼ ਵਿੱਚ ਆਪਣੀ ਆਵਾਜ਼ ਬੁਲੰਦ ਕਰ ਰਿਹਾ। ਮੋਹਿਤ ਜੀ, ਸਭ ਤੋਂ ਪਹਿਲਾਂ ਤੇ ਸਾਨੂੰ ਪੂਰੀ ਕੌਮ ਨੂੰ, ਪੂਰੀ ਪੰਜਾਬੀਅਤ ਨੂੰ ਸਭ ਤੋਂ ਪਹਿਲਾਂ ਤੇ ਇਸ ਸਮੇਂ ਨੂੰ ਇੰਜੋਏ ਕਰੋ। ਇੰਜੋਏ ਇਨ ਦਾ ਸੈਂਸ ਕਿ ਅਸੀਂ ਇੰਨੀ ਆਪਸੀ ਭਾਵਨਾ, ਸੋਹਣੀ ਭਾਵਨਾ, ਇਹ ਸਾਡੇ ਚੋਂ ਗਾਇਬ ਹੋਈ ਪਈ ਸੀ। ਸੋ ਅਸੀਂ ਇੱਕ ਦੂਜੇ ਨਾਲ ਫਿਰ ਜੁੜ ਗਏ। ਇਹ ਧੰਨਵਾਦ ਆ ਮੋਦੀ ਸਾਹਿਬ ਦਾ। ਚੱਲ ਬਿੱਲ ਹੀ ਲੈ ਆਂਦੇ ਸੀ, ਸਾਨੂੰ ਤਾਂ ਇਕੱਠੇ ਕਰਤਾ, ਸਾਨੂੰ ਤਾਂ ਜਗਾਤਾ। ਹੁਣ ਪੰਜਾਬ ਜਾਗ ਗਿਆ। ਹੁਣ ਤੁਸੀਂ ਵੇਖੋ, ਬਿੱਲਾਂ ਦੇ ਉੱਪਰ ਸਾਨੂੰ ਜਿੰਨੇ ਮਰਜ਼ੀ ਫਾਇਦੇ ਗਿਣਾਈ ਜਾਣ, ਨਾ ਉਹਨਾਂ ਨੂੰ ਸਮਝਾਉਣੇ ਆਏ ਤੇ ਨਾ ਕਿਸੇ ਦੀ ਸਮਝ 'ਚ ਪਏ। 6 ਮੀਟਿੰਗਾਂ ਹੋ ਗਈਆਂ। ਸੋ ਐਡੇ ਵੱਡੇ ਵੱਡੇ ਮੰਤਰੀ ਬੋਲ ਗਏ, ਪਰ ਕਿਸੇ ਵੀ ਇੱਕ ਜ਼ਿਮੀਂਦਾਰ ਨੂੰ, ਕਿਸਾਨ ਨੂੰ ਜਾਂ ਕਿਸਾਨ ਨੇਤਾ ਨੂੰ ਇਸ ਬਿੱਲ ਦੇ ਫਾਇਦੇ ਨਹੀਂ ਗਿਣਾ ਸਕੇ। ਅਖੀਰ ਤੇ ਕੀ ਕਹਿੰਦੇ ਆ ਕਿ ਇਹ ਬਿੱਲ ਦਾ ਡੱਬਾ ਬਣਿਆ ਰਹਿਣ ਦਿਓ, ਵਿੱਚੋਂ ਸਾਰਾ ਸਮਾਨ ਕੱਢ ਲੈਂਦੇ ਆ, ਆਪਣਾ ਰੱਖ ਲਓ, ਠੀਕ ਹੈ, ਪਰ ਢਾਂਚਾ ਬਣਿਆ ਰਹਿਣ ਦਿਓ। ਸਾਡੇ ਲੋਕਾਂ ਨੂੰ ਇਹਦੇ ਨਾਲ ਪਰੇਸ਼ਾਨੀ ਕਿਉਂ? ਬਿਕੋਜ਼ ਬਹੁਤ ਸਾਰੇ ਲੋਕ ਜਿਹੜੇ ਸਾਡੇ ਸਿੱਧੇ ਤੌਰ ਤੇ ਇਸ 'ਚ ਕੰਮ ਨਾਲ ਨਹੀਂ ਜੁੜੇ, ਉਹਨਾਂ ਨੂੰ ਲੱਗਦਾ ਕਿ ਜਦੋਂ ਸਰਕਾਰ ਸਾਰਾ ਕੁਝ ਮੰਨ ਗਈ ਤੇ ਫਿਰ ਤੇ ਕਿਸਾਨ ਬੇਵਕੂਫ ਨੇ, ਫਿਰ ਕਿਉਂ ਨਹੀਂ ਮੰਨਦੇ। ਸੋ ਤੁਸੀਂ ਸੋਚੋ, ਅਸਲ 'ਚ ਜਿਹੜੀ ਕੈਟਾਗਰੀ ਆ, ਜਿਹੜੀ ਮਾਰਕੀਟਿੰਗ ਦੀ ਜਾਂ ਫਸਲ ਸੰਭਾਲਣ ਦੀ, ਉਹ ਸਟੇਟ ਦਾ ਜ਼ਿੰਮਾ ਆ। ਸੋ ਜਦੋਂ ਸੈਂਟਰ ਗੱਲ ਕਰੇਗੀ, ਉਹ ਕਰੇਗੀ ਟ੍ਰੇਡ ਐਂਡ ਕਮਰਸ ਦੇ ਅੰਡਰ, ਜਿੱਥੇ ਇੰਡਸਟਰੀ ਆ, ਕੈਪੀਟਲਿਸਟ ਆ, ਜਿੱਥੇ ਪੂੰਜੀਪਤੀ ਆ, ਜਿੱਥੇ ਸਰਮਾਏ ਵਾਲੇ ਲੋਕ ਨੇ, ਫੈਕਟਰੀਆਂ ਵਾਲੇ ਲੋਕ ਨੇ। ਸੋ ਜਦੋਂ ਸਰਕਾਰ, ਕੇਂਦਰ ਸਰਕਾਰ ਬਿੱਲ ਬਣਾਏਗੀ, ਉਹ ਆਟੋਮੈਟਿਕਲੀ ਕਿਹਦੇ ਲਈ ਬਣਾਏਗੀ? ਕਾਰਪੋਰੇਟ ਘਰਾਣਿਆਂ ਲਈ, ਕਾਰਪੋਰੇਟਸ ਲਈ, ਬਿਕੋਜ਼ ਉਹਨਾਂ ਦੇ ਕੋਈ ਕਿਸਾਨ ਤੇ ਉਹਨਾਂ ਦੇ ਸਬਜੈਕਟ ਹੀ ਹੈ ਨਹੀਂ ਆ। ਸੋ ਇਹ ਅਨਐਥੀਕਲ ਆ, ਪਹਿਲਾਂ ਹੀ ਕਿ ਉਹ ਬਣਾ ਨਹੀਂ ਸਕਦੇ। ਦੂਸਰੀ ਗੱਲ, ਮੰਨ ਲਓ ਜੀ ਉਹਨਾਂ ਨੇ ਜੇ ਬਿੱਲ ਬਣਾਤਾ, ਜੋ ਕਿ ਅਗਰ ਸਿਆਣਪ ਦੇ ਨਾਲ ਅਗਰ ਇਹਨੂੰ ਕਾਨੂੰਨੀ ਫਾਈਟ ਕਰਨਗੇ ਤੇ ਕਿਸਾਨ ਤਾਂ ਵੀ ਜਿੱਤ ਜਾਣਗੇ। ਲੜਾਈ ਦੇ ਵੈਸੇ ਜਿੱਤੇ ਹੀ ਪਏ ਆ, ਹੁਣ ਸਿਰਫ ਉਹ ਆਕੜ ਚੱਲ ਰਹੀ ਆ। ਸੋ ਅਗਰ ਇਹ ਬਿੱਲ ਬਣ ਜਾਂਦਾ ਆ, ਉਹਦੇ ਨਾਲ ਕੀ ਹੋਣਾ ਆ ਕਿ ਕੱਲ ਨੂੰ ਇਹਦੇ 'ਚ ਅਮੈਂਡਮੈਂਟ ਪੋਸੀਬਲ ਹੈ, ਕੱਲ ਨੂੰ ਇਹਦੇ 'ਚ ਕੋਈ ਨਾ ਕੋਈ ਬਦਲਾਅ ਪੋਸੀਬਲ ਆ। ਉਹਦੇ ਲਈ ਤੁਸੀਂ ਰੋਜ਼-ਰੋਜ਼ ਐਡਾ ਇਕੱਠ ਨਹੀਂ ਕਰ ਹੋਣਾ। ਸੋ ਉਹ ਚੀਜ਼ਾਂ ਬਹੁਤ ਸੁਭਾਵਕ ਜਦੋਂ ਮਰਜ਼ੀ ਐਡ ਕਰ ਲਓ, ਬਿਕੋਜ਼ ਬਿੱਲ ਤਾਂ ਬਣਿਆ ਹੋਇਆ ਆ। ਸੋ ਜੇ ਰਾਤੋਂ ਰਾਤ ਕੋਵਿਡ ਦੇ ਟਾਈਮ 'ਚ 3 ਬਿੱਲ ਆ ਸਕਦੇ ਆ, ਤਾਂ ਵਿੱਚ ਉਹਦੇ ਮਤਾ ਪਾਉਣਾ ਕਿੱਡੀ ਕੁ ਵੱਡੀ ਗੱਲ ਹੋ ਗਈ। ਸੋ ਜਿਹੜੀ ਚੀਜ਼ ਅੱਜ ਨਹੀਂ ਸਿੱਧ ਕਰ ਸਕੇ, ਉਹ ਕੱਲ ਕਰ ਲੈਣਗੇ, ਬਿਕੋਜ਼ ਇਸ ਚੈਪਟਰ ਦੇ ਉੱਪਰ ਗਵਰਨਮੈਂਟ ਬਿਲਕੁਲ ਨੰਗੀ ਹੋ ਚੁੱਕੀ ਆ। ਕਲੀਅਰ ਪਿਕਚਰ ਦਿਸ ਗਈ ਆ ਕਿ ਇਹਦੇ ਵਿੱਚ ਸਿਰਫ ਤੇ ਸਿਰਫ ਕਾਰਪੋਰੇਟਸ ਨੂੰ ਫਾਇਦੇ ਪਹੁੰਚਾਉਣ ਦੀ ਗੱਲ ਆ। ਸੋ ਤੁਸੀਂ ਇਹ ਵੇਖੋ ਕਿ ਹਾਲੇ ਤਰੀਕਾਂ ਆਈਆਂ ਨਹੀਂ। 2017 'ਚ ਜ਼ਮੀਨ ਅਕਵਾਇਰ ਕਰ ਲਈ, ਗਡਾਊਨ ਬਣ ਗਏ, ਬਿੱਲ ਹਾਲੇ ਆਇਆ ਨਹੀਂ। ਤੁਸੀਂ ਸੋਚੋ, ਬਿੱਲ ਤੁਸੀਂ ਪਾਸ ਹੋਣ ਦੀ ਗੱਲ ਸੁਣੀ ਤਾਂ ਉਧਰ ਗਡਾਊਨ ਬਣੇ ਪਏ ਆ ਪਹਿਲਾਂ। ਸੋ ਇਹ ਮਿਲੀ ਭੁਗਤ ਤੋਂ ਬਿਨਾਂ ਤਾਂ ਹੋ ਨਹੀਂ ਸਕਦਾ। ਸੋ ਜਦੋਂ ਤੇ ਜਿਨ੍ਹਾਂ ਨੂੰ ਤੁਸੀਂ ਆਪਣੇ ਪਾਲਣਹਾਰ ਰੱਖਿਆ ਆ, ਜਾਂ ਜਿਨ੍ਹਾਂ ਨੂੰ ਤੁਸੀਂ ਸਿਰ ਦਿੱਤਾ ਆ, ਤੇ ਜੇ ਉਹ ਤੁਹਾਡਾ ਸਿਰ ਸੰਭਾਲਣ ਜੋਗੇ ਨਹੀਂ ਆ, ਤੇ ਫਿਰ ਉਹਨਾਂ ਨੂੰ ਇਸ ਅਹੁਦਿਆਂ ਦੇ ਉੱਪਰ ਰਹਿਣ ਦਾ ਵੀ ਕੋਈ ਹੱਕ ਨਹੀਂ ਹੋਣਾ ਚਾਹੀਦਾ। ਸੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਪੰਜਾਬ ਅਬਰੋਡ, ਸਾਡੇ ਇਮੀਗ੍ਰੇਸ਼ਨ ਮਾਹਰ ਅਰਵਿੰਦਰਪਾਲ ਜੀ ਦੇ ਨਾਲ। ਐਂਡ ਇਸ ਤੋਂ ਇਲਾਵਾ ਹੋਰ ਵੀ ਪ੍ਰੋਗਰਾਮ ਤੁਸੀਂ ਦੇਖਦੇ ਰਹੋ ਪੰਜਾਬ ਮੇਲ USA TV ਦੇ ਉੱਪਰ। ਤੁਹਾਡਾ ਬਹੁਤ ਬਹੁਤ ਧੰਨਵਾਦ।